जेकर कांग्रेस में बहुमत नहीं आती फिर कांग्रेस केड़ी पार्टी नाल गठजोड़ कर सकती? ਅੱਜ ਪੰਜਾਬ ਦੇ ਨਾਲ ਧੱਕਾ ਕਿੱਥੇ ਕਿੱਥੇ ਹੋ ਰਿਹਾ ਹੈ। ਜਿਵੇਂ ਕਈ ਧਾਰਮਿਕ ਡੇਰਿਆਂ ਦੀ ਮਦਦ ਲਈ ਗਈ ਬੀਜੇਪੀ ਹਿੰਦੁਸਤਾਨ 'ਚ ਰੂਲ ਕਰਨ ਵਾਲੀ ਭਾਜਪਾ ਪਾਰਟੀ ਵੱਲੋਂ। ਡੇਰੇ ਦੇ ਮੁਖੀ ਉਹਨਾਂ ਨੂੰ ਪਹਿਲਾਂ ਤਾਂ ਬੀਜੇਪੀ ਨੇ ਕਿਸੇ ਨਾ ਕਿਸੇ ਧੋਖੇ ਦੇ ਨਾਲ ਇਹ ਲਿਆ ਕੇ ਉੱਥੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਅੰਦਰ ਭੇਜਤਾ, ਆਪਣੇ ਕਬਜ਼ੇ 'ਚ ਕਰ ਲਿਆ। ਅੱਜ ਉਹਨਾਂ ਨੂੰ ਯੂਜ਼ ਜਾਂ ਮਿਸਯੂਜ਼ ਮੈਂ ਕੀ ਲਫ਼ਜ਼ ਕਹਾਂ ਉਹ ਕੀਤਾ ਜਾ ਰਿਹਾ ਹੈ। ਮੈਨੂੰ ਦੱਸੋ ਤਿੰਨਾਂ ਕਾਰਨਾਂ 'ਚੋਂ ਸਰਕਾਰ ਦੱਸੂਗੀ ਕਿਹੜਾ ਕਾਰਨ ਹੋਇਆ ਸੀ ਜਿਸ ਕਰਕੇ ਪੈਰੋਲ ਦੇਣੀ ਪਈ, ਔਰ ਇਹ ਦੱਸੂਗੀ ਸਰਕਾਰ ਬੀਜੇਪੀ ਦੀ ਕਿ ਇਹਨਾਂ ਨੂੰ ਵੋਟਾਂ ਤੋਂ ਪਹਿਲਾਂ ਲਿਆਂਦਾ ਗਿਆ ਪੈਰੋਲ ਤੇ ਵੋਟਾਂ ਖਤਮ ਹੁੰਦਿਆਂ ਸਾਰ ਪੈਰੋਲ ਤੋਂ ਵਾਪਸ ਭੇਜਿਆ ਗਿਆ। ਕੀ ਇਹ ਜਿਵੇਂ ਆਪਾਂ ਕਹਿੰਦੇ ਹਾਂ ਕਿ ਬਾਂਹ ਮਰੋੜ ਕੇ ਮਜਬੂਰੀ ਦਾ ਫਾਇਦਾ ਉਠਾ ਕੇ ਕਿਸੇ ਤੋਂ ਤੁਸੀਂ ਆਪਣੇ ਗਲ 'ਤੇ ਗੂਠਾ ਰੱਖ ਕੇ ਇੱਕ ਆਪਣੀ ਸੱਤਾ ਤੇ ਆਪਣੀ ਵੋਟ ਵਧਾਉਣ ਵਾਸਤੇ ਵੋਟ ਦਾ ਫਾਇਦਾ ਲੈ ਰਹੇ ਹੋ? ਕੀ ਇਹ ਤੁਸੀਂ ਮਿਸਯੂਜ਼ ਨਹੀਂ ਕਰਦੇ ਪਾਵਰ? ਡੇਰੇ ਦੇ ਹੈੱਡ ਨੂੰ ਲਿਆ ਕੇ ਮਜਬੂਰ ਕਰਕੇ ਕੈਦੀ ਬਣਾ ਕੇ ਗਲ 'ਤੇ ਗੂਠਾ ਰੱਖ ਕੇ ਜੇ ਕਰਾਉਂਦੇ ਹੋ ਤਾਂ ਜਿਵੇਂ ਆਮ ਕਹਿੰਦੇ ਆ ਕਿ ਜੀ ਧਰਮ ਸਥਾਨ 'ਤੇ ਆ ਪੋਸਟਰ ਵੀ ਨਹੀਂ ਲਾ ਸਕਦੇ, ਫਲਾਣਾ ਨਹੀਂ ਕਰ ਸਕਦੇ, ਪੋਸਟਰ ਛੱਡ ਕੇ ਹੁਣ ਤਾਂ ਖੁਦ ਐਲਾਨ ਕਰਾਏ ਜਾ ਰਹੇ ਆ। ਅੱਜ ਮੈਂ ਕਿਹਾ ਦੋ ਹਿੱਸਿਆਂ 'ਚ ਪਹਿਲਾਂ ਕੈਪਟਨ ਵਾਲੀ ਸਰਕਾਰ ਜਿਹੜੀ ਨੇ ਸਾਡੀ ਥੋੜ੍ਹੀ ਸਾਡੇ ਲਈ ਨੁਕਸਾਨ ਕਰਾਇਆ, ਸਾਡੇ 'ਤੇ ਲੋਕ ਨਾਰਾਜ਼ ਹੋਏ ਉਸ ਦੇ ਉੱਤੇ। ਚੰਨੀ ਦੀ 4.5 ਮਹੀਨੇ ਸਰਕਾਰ ਜੀ ਨੇ ਵਾਹਵਾ ਕੱਟ ਕੇ ਦਿੱਤੀ। ਮੋਦੀ ਜੀ ਪੰਜਾਬ 'ਚ ਆਏ ਨੇ, ਪੰਜਾਬ ਦੀਆਂ ਇਲੈਕਸ਼ਨਾਂ ਹੋਈਆਂ ਅਤੇ ਪੰਜਾਬ ਦੇ ਵਿੱਚ ਖਾਲੀ ਕੁਰਸੀਆਂ ਨੇ ਉਹਨਾਂ ਨੂੰ ਵੈਲਕਮ ਕੀਤਾ ਹੈ। ਜੋ ਹਾਰੀਆਂ ਹੋਈਆਂ ਪਾਰਟੀਆਂ ਹਾਰੇ ਹੋਏ ਗਰੁੱਪਾਂ ਦੇ ਨਾਲ ਲਾਈਨਸ ਕਰ ਰਹੀਆਂ ਹੈ ਅਤੇ ਮੁਕਲਾਹਟ ਤਾਂ ਉਹਨਾਂ ਵਿੱਚ ਹੋਣੀ ਚਾਹੀਦੀ ਹੈ। 4.5 ਸਾਲ ਵੀ ਲੋਕਾਂ ਨੂੰ ਯਾਦ ਨੇ। ਜੇਕਰ 4.5 ਮਹੀਨਿਆਂ ਦੀ ਐਗਜ਼ਾਮਪਲ ਦੇ ਰਹੇ ਹੋ ਤੁਸੀਂ, 4.5 ਸਾਲਾਂ 'ਚ ਕੀ ਹੋਇਆ? ਬੀਬੀ ਜੀ ਅਲਟੀਮੇਟਲੀ ਨੁਕਸਾਨ ਤਾਂ ਪੰਜਾਬੀਆਂ ਦਾ ਹੋਇਆ ਨਾ। ਉਹਦੇ 'ਚ ਪੰਜਾਬੀਆਂ ਦਾ ਕੀ ਕਸੂਰ ਸੀ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਕੰਮ ਕੀਤਾ? ਬੀਜੇਪੀ ਦੀ ਮੋਦੀ ਸਰਕਾਰ ਵੱਲੋਂ ਅੱਜ 1 ਬਾਏ 1 ਪੰਜਾਬ ਦੇ ਉੱਤੇ ਅਟੈਕ ਕੀਤੇ ਜਾ ਰਹੇ ਨੇ। ਜੇ ਕਿਸੇ ਨੇ ਨਹੀਂ ਜਾਣਾ ਤਾਂ ਉਹਨੂੰ ਕੌਣ ਲੈ ਜਾਊਗਾ? ਹੁਣ ਜਿਹੜੇ ਸਾਡੇ ਗਏ ਆ ਚੰਨੀ ਉੱਥੇ ਵਰਦੀਆਂ ਦਿਖਾਇਆ ਫੋਟੋ 'ਚ, ਜਾਂ ਸਿੱਧੂ ਦਿਖਾਇਆ ਜਾਂ ਪਾਂਡੇ ਦਿਖਾਇਆ, ਇਹ ਕੋਈ ਇਹਨਾਂ ਨੂੰ ਚੱਕ ਕੇ ਜਾਣ ਵਾਲੇ ਹੈਗੇ, ਕੌਣ ਲੈ ਜਾਊਗਾ ਚੱਕ ਕੇ? ਮੈਂ ਹੋਵਾਂ, ਕੈਪਟਨ ਹੋਵੇ ਜਾਂ ਕੋਈ ਹੋਰ ਹੋਣ, ਅਸੀਂ ਬੜੀ ਸਿਆਸਤ ਕਰ ਲਈ। ਮੈਂ ਇੱਕ ਇਲੈਕਸ਼ਨ ਲੜਨਾ ਨਹੀਂ ਚਾਹੁੰਦੀ। ਮੇਰੇ ਵੱਲ ਜੇ ਇੱਕ ਵੀ ਮੇਰੇ ਡਿਪਾਰਟਮੈਂਟ 'ਚੋਂ ਮੈਂ ਆਪਣੇ ਫੈਮਿਲੀ ਮੈਂਬਰ ਨੂੰ ਜਾਂ ਆਪਣੇ ਪੁੱਤ ਧੀਆਂ ਨੂੰ ਕਿਸੇ ਨੂੰ ਕੋਈ ਬੈਨੀਫਿਟ ਦਿੱਤਾ ਹੋਵੇ, ਕਾਰੋਬਾਰ ਚਲਾਇਆ ਹੋਵੇ, ਉਹ ਨਹੀਂ ਹੈਗਾ। ਮੇਰੇ ਕੋਲ ਇੱਕ ਵਾਰ ਉਹ ਰੱਖੜੀ ਬਣਾਉਣ ਆਏ ਸੀ ਕੈਪਟਨ ਅਮਰਿੰਦਰ ਸਿੰਘ ਬਤੌਰ CM, ਅਤੇ ਉਸ ਵੇਲੇ ਮੇਰੇ ਖਿਆਲ 2002 ਤੋਂ 7 ਤੱਕ ਦੀ ਜਿਹੜੀ ਚੀਫ ਮਿਨਿਸਟਰ ਸਰਕਾਰ ਸੀ ਸਾਡੀ, ਅਤੇ ਮੈਂ ਰੱਖੜੀ ਨਹੀਂ ਸੀ ਬੰਨੀ। ਮੈਂ ਉੱਥੇ ਇਹ ਕਹਿ ਤਾ ਕਿ ਨਹੀਂ, ਮੈਂ ਪਾਰਟੀ ਛੋੜ ਕਰਕੇ ਤੁਹਾਡੀ ਸਪੋਰਟ ਵੀ ਕਰ ਰਹੀ ਹਾਂ, ਤੁਹਾਡੇ ਨਾਲ ਵੀ ਖੜੀ ਹਾਂ, ਪਰ ਤੁਸੀਂ ਜਿਹੜਾ ਇੱਕ ਰਿਸ਼ਤਾ ਭੈਣ ਦੀ ਇੱਕ ਰੱਖੜੀ ਬਣਾਉਣਾ ਆਏ ਹੋ, ਮੈਂ ਉਸ ਧਾਗੇ ਨੂੰ ਦਾਗਦਾਰ ਨਹੀਂ ਕਰਨਾ ਚਾਹੁੰਦੀ। ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਕਰਦਾ ਮੈਂ ਕੋਮਲ ਸਿੰਗਲਾ। ਬੀਤੇ ਦਿਨੀ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਹੋਈਆਂ ਸਨ ਤੇ ਆਉਣ ਵਾਲੀ 10 ਮਾਰਚ ਨੂੰ ਨਤੀਜੇ ਆਉਣਗੇ। ਇਸੇ ਵਿਚਕਾਰ ਇੱਕ ਬਿਆਨ ਜਿਹੜਾ ਹੈਗਾ ਉਸਨੇ ਨਵੀਂ ਚਰਚਾ ਛੇੜ ਦਿੱਤੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਹੋਰਾਂ ਵੱਲੋਂ ਬਿਆਨ ਦਿੱਤਾ ਗਿਆ ਹੈ ਤੇ ਸਾਡੇ ਨਾਲ ਮੌਜੂਦ ਨੇ। ਬੀਬੀ ਜੀ, ਸਭ ਤੋਂ ਪਹਿਲਾਂ ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ। ਬਹੁਤ ਧੰਨਵਾਦ ਜੀ ਤੁਹਾਡਾ। ਜੀ ਬੀਬੀ ਜੀ, ਕਿਵੇਂ ਦੇਖਦੇ ਹੋ ਪੰਜਾਬ ਦਾ ਸਿਆਸੀ ਮਾਹੌਲ ਕੀ ਕਹਿੰਦਾ ਹੈ? ਕਿਉਂਕਿ ਜ਼ਿਆਦਾ ਪਾਰਟੀਆਂ ਹੋਣ ਕਾਰਨ ਇਸ ਵੇਲੇ ਕਿਹਦੀ ਹਵਾ ਚੱਲ ਰਹੀ ਹੈ? ਦੇਖੋ, ਸਿਆਸੀ ਮਾਹੌਲ ਦੇ ਵਿੱਚ ਇਕੱਲੀ ਇੱਕ ਇਲੈਕਸ਼ਨ ਨਹੀਂ ਆ ਜਾਂਦੀ। ਇਲੈਕਸ਼ਨ ਤਾਂ ਹੈ ਹੀ ਇੱਕ ਪਾਰਟ ਹੈ ਜਿਹੜਾ ਇੰਪੋਰਟੈਂਟ, ਕਿ ਜੀ ਸਰਕਾਰ ਕਿਹਦੀ ਹੈ ਅਤੇ ਕਿਹਨੇ ਚਲਾਉਣਾ, ਜੋ ਜਿਹਦੇ ਹੱਥ 'ਚ ਪਾਵਰ ਹੁੰਦੀ ਹੈ ਉਹ ਇੰਪੋਰਟੈਂਟ ਫੈਕਟਰ ਹੈਗਾ। ਲੇਕਿਨ ਇਸ਼ੂ ਇਸ ਦੇ ਨਾਲ ਪੰਜਾਬ ਦੀ ਸਿਆਸਤ ਵਿੱਚ ਹੋਰ ਵੀ ਭਖੇ ਹੋਏ ਹੈ। ਅੱਜ ਪੰਜਾਬ ਦੇ ਨਾਲ ਧੱਕਾ ਕਿੱਥੇ ਕਿੱਥੇ ਹੋ ਰਿਹਾ ਹੈ, ਅੱਜ ਪੰਜਾਬ ਦੀ ਹਾਲਤ ਕੀ ਹੈ, ਅੱਜ ਪੰਜਾਬ ਦੇ ਵਿੱਚ ਕਿਸ ਤਰੀਕੇ ਦੀਆਂ ਸਰਕਾਰੀ ਸੱਤਾ ਦੀਆਂ ਮਿਸਯੂਜ਼ ਪਾਵਰਾਂ ਕਰਕੇ ਪੰਜਾਬ ਨੂੰ ਕਾਰਨਰ ਕਰਕੇ ਕਮਜ਼ੋਰ ਕੀਤਾ ਜਾ ਰਿਹਾ। ਇਹ 3-4 ਇਸ਼ੂ ਹੈਗੇ ਨੇ। ਲੇਕਿਨ ਤੁਸੀਂ ਕਿਉਂਕਿ ਮੈਨੂੰ ਪੁੱਛੀਏ ਸਰਕਾਰ ਦੀ ਗੱਲ, ਉਹਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੋਈ ਵੀ 50-60% ਵੀ ਅਬਜ਼ਰਵੇਸ਼ਨ ਨਹੀਂ ਆਪਣੀ ਠੀਕ ਕਰ ਸਕਦੇ। ਮੀਡੀਆ ਵੀ ਸਾਰੇ ਲੋਕ, ਕਿਉਂਕਿ ਲੋਕ ਹੈ ਕਿ ਇੰਨੇ ਸਿਆਣੇ ਹੈਗੇ ਨੇ, ਉਹ ਉਹਨਾਂ ਨੇ ਅੰਦਰ ਕੀ ਕੀਤਾ ਹੈਗਾ ਉਹਦੀ ਸਾਰੇ ਲੋਕ ਆਪਣੀ ਫੀਲਿੰਗ ਜਿਹੜੇ ਡਿਊਟੀਆਂ 'ਤੇ ਲੱਗੇ ਤਾਂ ਪਤਾ ਹੀ ਹੁੰਦਾ ਉਹਨਾਂ ਨੂੰ, ਲੇਕਿਨ ਬਾਕੀ ਲੋਕਾਂ ਨੇ ਆਪਣੀ ਜਿਹੜੀ ਹੈਗੀ ਓਪੀਨੀਅਨ ਉਹਨੂੰ ਬੜੀ ਸੀਕ੍ਰੇਟ ਰੱਖਿਆ ਹੋਇਆ। ਸੀਕ੍ਰੇਟ ਵੋਟਰ ਜ਼ਿਆਦਾ ਹੈ, ਸੀਕ੍ਰੇਟ ਵੋਟਰ, ਸਾਇਲੈਂਟ ਵੋਟਰ, ਇਹ ਸਾਰਾ ਜ਼ਿਆਦਾ ਹੈਗਾ। ਨੰਬਰ 1। ਨੰਬਰ 2, ਡਾਊਟਫੁਲ
ਜਿਹਨੂੰ ਕਹਿੰਦੇ ਡਾਊਟਫੁਲ ਵੋਟਰ ਵੀ ਹੈ ਜੀ ਬਿਲਕੁਲ ਫਾਰ ਐਗਜ਼ਾਮਪਲ ਜਿਵੇਂ ਕਈ ਧਾਰਮਿਕ ਡੇਰਿਆਂ ਦੀ ਮਦਦ ਲਈ ਗਈ ਜੀ ਬੀਜੇਪੀ ਹਿੰਦੁਸਤਾਨ 'ਚ ਰੂਲ ਕਰਨ ਵਾਲੀ ਭਾਜਪਾ ਪਾਰਟੀ ਵੱਲੋਂ ਜੀ ਉਹ ਕਿਸ ਤਰੀਕੇ ਨਾਲ ਲਈ ਗਈ। ਹਮੇਸ਼ਾ ਅਸੀਂ ਚਲੋ ਡੇਰਿਆਂ ਦੇ ਵਿੱਚ ਸਾਡੀ ਪਾਰਟੀ ਸੈਕੂਲਰ ਹੈ, ਡੇਰਿਆਂ ਦੇ ਗਰੀਬਾਂ ਦੇ ਮੰਦਰਾਂ ਦੇ ਦੁਆਰਾਂ ਦੇ ਹਰ ਇੱਕ ਨੂੰ ਪੂਜਣ ਨਾਲ ਜਿਹਦੀ ਵੋਟ ਬਣੀ ਹੈ ਜੀ ਬਿਲਕੁਲ ਅਸੀਂ ਹਰ ਇੱਕ ਨੂੰ ਅਪਰੋਚ ਕਰਦੇ ਹਾਂ ਕਿਉਂਕਿ ਸਾਡੀ ਸੈਕੂਲਰ ਸੋਚ ਹੈਗੀ ਹੈ। ਜੀ ਤੇ ਲੇਕਿਨ ਉਹ ਆਪਣਾ ਵੋਟਰ ਹੈਗਾ ਜਿਹੜਾ ਉਹ ਚਾਹੇ ਕਿਸੇ ਰੱਬ ਨੂੰ ਜਾਂ ਡੇਰੇ ਨੂੰ ਮੰਨਦਾ ਪਰ ਉਹ ਆਪਣੀ ਇੰਡੀਵਿਜੂਅਲ ਨਿੱਜੀ ਕਪੈਸਿਟੀ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਦਾ ਹੈ ਬਿਲਕੁਲ ਤੇ ਡੈਮੋਕ੍ਰੈਟਿਕ ਰਾਈਟ ਇਹ ਹੁੰਦਾ ਹੈ। ਲੇਕਿਨ ਇਸ ਵਾਰ ਜਿਹੜਾ ਹੋਇਆ ਇੱਕ ਡੇਰੇ ਦੇ ਜਿਹੜੇ ਸੀ ਡੇਰੇ ਦੇ ਮੁਖੀ ਜੀ ਉਹਨਾਂ ਨੂੰ ਪਹਿਲਾਂ ਤਾਂ ਬੀਜੇਪੀ ਨੇ ਕਿਸੇ ਨਾ ਕਿਸੇ ਧੋਖੇ ਦੇ ਨਾਲ ਇੱਕ ਲਾਰੇ ਦੇ ਨਾਲ ਜੋ ਉਹਨਾਂ ਦੇ ਪ੍ਰੇਮੀ ਕਹਿੰਦੇ ਆ ਜੀ ਕਿ ਤੁਹਾਨੂੰ ਸਿਰਫ ਪੰਚਕੂਲੇ ਮੱਥਾ ਟੇਕਣ ਜਾਣਾ ਹੈ ਜੀ ਤੇ ਇਹ ਲਿਆ ਕੇ ਉੱਥੇ ਉਹਨਾਂ ਨੇ ਗ੍ਰਿਫਤਾਰ ਕਰਕੇ ਅੰਦਰ ਭੇਜਤਾ ਜੀ। ਆਪਣੇ ਕਬਜ਼ੇ 'ਚ ਕਰ ਲਿਆ। ਬਿਲਕੁਲ ਅੱਜ ਉਹਨਾਂ ਨੂੰ ਯੂਜ਼ ਜਾਂ ਮਿਸਯੂਜ਼ ਮੈਂ ਕੀ ਲਫ਼ਜ਼ ਕਹਾਂ ਉਹ ਕੀਤਾ ਜਾ ਰਿਹਾ ਹੈ। ਪੈਰੋਲ ਤੇ ਲੈ ਕੇ ਆਉਣਾ ਡਿਊਰਿੰਗ ਇਲੈਕਸ਼ਨ ਐਗਜ਼ੈਕਟਲੀ ਔਰ ਈਡੀ ਦੇ ਧਰਨੇ ਮਰਾਉਣੇ ਡਿਊਰਿੰਗ ਇਲੈਕਸ਼ਨ ਐਗਜ਼ੈਕਟਲੀ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸੱਤਾ ਜਿਹੜੀ ਚਿੰਤਾ ਦੀ ਸੱਤਾ ਦੀ ਚਿੰਤਾ ਹੈਗੀ ਹੈ ਭਾਰਤ ਦੀ ਬੀਜੇਪੀ ਸਰਕਾਰ ਨੂੰ ਜੀ ਇਹ ਉਹਦੇ ਵਿੱਚ ਕਿਤੇ ਛਲਕ ਕੇ ਨਜ਼ਰ ਆ ਰਹੀ ਹੈ। ਜੀ ਇਹ ਸਾਰੀਆਂ ਚੀਜ਼ਾਂ ਜਿਵੇਂ ਇਹਨਾਂ ਨੇ ਲਿਆਂਦਾ ਉਹਦੇ ਵਾਸਤੇ ਮੈਂ ਬਹੁਤ ਵਾਰੀ ਦੂਜੇ ਚੈਨਲਾਂ ਨੂੰ ਵੀ ਕਿਹਾ ਤੁਹਾਨੂੰ ਵੀ ਕਹਿੰਦੀ ਹਾਂ ਪੈਰੋਲ ਕਿਸੇ ਵੀ ਜਿਹੜੇ ਜੁਰਮ ਵਾਲਾ ਕੋਈ ਪਤਾ ਨਹੀਂ ਹੈ ਜੁਰਮ ਨਹੀਂ ਹੈ ਜੁਰਮ ਉਹਨਾਂ ਦੇ ਮੁਤਾਬਕ ਜੇ ਕੋਈ ਕੈਦ 'ਚ ਹੈਗਾ 3 ਕਾਰਨਾਂ ਕਰਕੇ ਪੈਰੋਲ ਦਿੱਤੀ ਜਾ ਸਕਦੀ ਹੈ। ਇੱਕ ਤਾਂ ਇਹ ਹੈਗਾ ਕਿ ਉਹਦੇ ਘਰੇ ਕੋਈ ਬਾਪ ਹੈ ਜਾਂ ਮਾਂ ਉਹਨਾਂ ਦੀ ਲੜਕੀ ਦੀ ਸ਼ਾਦੀ ਹੈ ਜਾਂ ਬੱਚੇ ਦੀ ਸ਼ਾਦੀ ਹੈ ਉਸ ਵਾਸਤੇ ਉਹਨਾਂ ਨੇ ਖੁਸ਼ੀ ਦੇ ਓਕੇਜ਼ਨ 'ਤੇ ਜਿੱਥੇ ਉਹਨਾਂ ਦੇ ਫਰਜ਼ ਬਣਦਾ ਪੂਰਾ ਕਰਨਾ ਜਾਂ ਕੋਈ ਐਸੀ ਗਮੀ ਕਿਸੇ ਦੇ ਡੈਥ ਹੋ ਗਈ ਸੰਸਕਾਰ ਕਰਨਾ ਉਹ ਉਸ ਤਰ੍ਹਾਂ ਦੀ ਹੁੰਦੀ ਹੈ ਤੇ ਜਾਂ ਉਹਦੀ ਸਿਹਤ ਇੰਨੀ ਵਿਗੜ ਗਈ। ਜੀ ਬਿਲਕੁਲ ਮੈਨੂੰ ਦੱਸੋ 3 ਕਾਰਨਾਂ 'ਚੋਂ ਸਰਕਾਰ ਦੱਸੂਗੀ ਕਿਹੜਾ ਕਾਰਨ ਹੋਇਆ ਸੀ ਜਿਸ ਕਰਕੇ ਪੈਰੋਲ ਦੇਣੀ ਪਈ ਜੀ ਔਰ ਇਹ ਦੱਸੂਗੀ ਸਰਕਾਰ ਬੀਜੇਪੀ ਦੀ ਕਿ ਇਹਨਾਂ ਨੂੰ ਵੋਟਾਂ ਤੋਂ ਪਹਿਲਾਂ ਲਿਆਂਦਾ ਗਿਆ ਪੈਰੋਲ ਤੇ ਵੋਟਾਂ ਖਤਮ ਹੁੰਦਿਆਂ ਸਾਰ ਪੈਰੋਲ ਤੋਂ ਵਾਪਸ ਭੇਜਿਆ ਗਿਆ। ਜੀ ਕੀ ਇਹ ਮੈਲ ਪ੍ਰੈਕਟਿਸ ਨਹੀਂ ਹੈ? ਬਿਲਕੁਲ ਕੀ ਇਹ ਜਿਵੇਂ ਆਪਾਂ ਕਹਿੰਦੇ ਆ ਕਿ ਬਾਂਹ ਮਰੋੜ ਕੇ ਮਜਬੂਰੀ ਦਾ ਫਾਇਦਾ ਠਾ ਕੇ ਜੀ ਕਿਸੇ ਤੋਂ ਤੁਸੀਂ ਆਪਣੇ ਗਲ ਤੇ ਗੂਠਾ ਰੱਖ ਕੇ ਇੱਕ ਆਪਣੀ ਸੱਤਾ ਤੇ ਆਪਣੀ ਵੋਟ ਵਧਾਉਣ ਵਾਸਤੇ ਵੋਟ ਦਾ ਫਾਇਦਾ ਲੈ ਰਹੇ ਹੋ? ਜੀ ਕੀ ਇਹ ਤੁਸੀਂ ਮਿਸਯੂਜ਼ ਨਹੀਂ ਕਰਦੇ ਪਾਵਰ ਇੱਕ ਡੇਰੇ ਦੇ ਹੈੱਡ ਦੇ ਉੱਤੇ ਗਲ ਤੇ ਗੂਠਾ ਰੱਖ ਕੇ? ਜੀ ਬਾਕੀ ਥੱਲੇ ਬੈਠੇ ਆ ਪ੍ਰੇਮੀ ਜਿਹਨੂੰ ਮਰਜ਼ੀ ਰਿਕੁਐਸਟ ਕਰੋ ਜਿਹਨੂੰ ਮਰਜ਼ੀ ਨਾ ਕਰੋ। ਬਿਲਕੁਲ ਡੇਰੇ ਦੇ ਹੈੱਡ ਨੂੰ ਲਿਆ ਕੇ ਮਜਬੂਰ ਕਰਕੇ ਕੈਦੀ ਬਣਾ ਕੇ ਗਲ ਤੇ ਗੂਠਾ ਰੱਖ ਕੇ ਜੇ ਕਰਾਉਨੇ ਹੋ ਤਾਂ ਜਿਵੇਂ ਆਮ ਕਹਿੰਦੇ ਆ ਕਿ ਜੀ ਧਰਮ ਸਥਾਨ ਤੇ ਆ ਪੋਸਟਰ ਵੀ ਨਹੀਂ ਲਾ ਸਕਦੇ ਫਲਾਣਾ ਨਹੀਂ ਕਰ ਸਕਦੇ ਪੋਸਟਰ ਛੱਡ ਕੇ ਹੁਣ ਤਾਂ ਖੁਦ ਐਲਾਨ ਕਰਾਏ ਜਾ ਰਹੇ ਆ ਖੁਦ ਡਿਊਟੀਆਂ ਲਵਾਈਆਂ ਜਾ ਰਹੀਆਂ ਓਪਨ ਐਲਾਨ ਇਹ ਮੈਲ ਪ੍ਰੈਕਟਿਸ ਵਿੱਚ ਸ਼ਾਮਲ ਹੁੰਦਾ ਹੈਗਾ ਜੀ ਜਿਹੜੇ ਤੇ ਮੈਂ ਸਮਝਦੀ ਹਾਂ ਕਿ ਇਹ ਪਾਰਟੀ ਜੇ ਬੀਜੇਪੀ ਨੇ ਕੀਤਾ ਹੈ ਉਹਨਾਂ ਨੂੰ ਜਾਂ ਜਿਹੜੇ ਉਹਨਾਂ ਦੇ ਅਲਾਈਜ਼ ਆ ਜਿਨ੍ਹਾਂ ਦੀ ਸਪੋਰਟ ਕਰਾਈ ਹੈ ਡੇਰੇ ਤੋਂ ਉਹਨਾਂ ਨੂੰ ਅਨਸੀਟ ਵੀ ਕੀਤਾ ਜਾ ਸਕਦਾ ਹੈ ਜੇ ਇਸ ਮਾਮਲੇ ਇਸ਼ੂ ਨੂੰ ਚੱਕਿਆ ਜਾਵੇ ਤਾਂ ਔਰ ਉਹਨਾਂ ਦੀਆਂ ਜਿਹੜੀਆਂ ਹੈਗੀਆਂ ਮਾਨਤਾ ਵੀ ਰੱਦ ਕੀਤੀ ਜਾ ਸਕਦੀ ਹੈ ਅਨਸੀਟ ਵੀ ਕੀਤੇ ਜਾ ਸਕਦੇ ਆ ਉਹਨਾਂ ਦੀਆਂ ਵੋਟਾਂ ਤੇ ਜਿੱਥੇ ਮਦਦ ਹੋਈ ਹੈ ਉਹਨਾਂ ਦੇ ਉੱਤੇ ਦੁਆਰਾ ਰੀਪੋਲ ਵੀ ਕੀਤਾ ਜਾ ਸਕਦਾ ਹੈ। ਇਸ ਕਰਕੇ ਇਹ ਕੀਤੀ ਹੈ ਇਵੇਂ ਜਿਵੇਂ ਈਡੀ ਦੀ ਹੈ ਕਦੇ ਨਹੀਂ ਕਿਸੇ ਨੇ ਇਸ ਤਰ੍ਹਾਂ ਵਰਤਿਆ ਅੱਗੇ ਜੀ ਡੇਰਿਆਂ ਦੀ ਵੋਟ ਅੱਗੇ ਮੰਗੀ ਜਾਂਦੀ ਸੀ ਪਰ ਇਸ ਤਰ੍ਹਾਂ ਨਹੀਂ ਬਿਲਕੁਲ ਈਡੀਆਂ ਹੁੰਦੀਆਂ ਸੀਗੀਆਂ ਪਰ ਇਸ ਤਰ੍ਹਾਂ ਨਹੀਂ ਸਾਡੇ ਸਮੇਂ ਸੀ ਉਹਦੇ ਰਾਜ ਭਾਗ ਦੇਖੇ ਹੈਗੇ ਆ ਜਿਹੜੇ ਚੰਨੀ ਨੇ ਸਾਡੀ ਸਰਕਾਰ ਜੇ ਮੈਂ ਕਿਹਾ 2 ਹਿੱਸਿਆਂ 'ਚ ਪਹਿਲਾਂ ਕੈਪਟਨ ਵਾਲੀ ਸਰਕਾਰ ਜਿਹੜੀ ਨੇ ਸਾਡੀ ਥੋੜ੍ਹੀ ਸਾਡੇ ਲਈ ਨੁਕਸਾਨ ਕਰਾਇਆ ਸਾਡੇ ਤੇ ਲੋਕ ਨਾਰਾਜ਼ ਹੋਏ ਉਸ ਦੇ ਉੱਤੇ ਚੰਨੀ ਦੀ 4.5 ਮਹੀਨੇ ਦੀ ਸਰਕਾਰ ਜਿਹਨੇ ਵਾਹਵਾ ਖੱਟ ਕੇ ਦਿੱਤੀ ਲੋਕ ਸਾਡੇ ਨਾਲ 100% ਵਾਂਗੂ ਜੁੜੇ ਕਿ ਆਹ ਹੈ ਸਰਕਾਰ ਜਿਹਨੇ ਕਰਕੇ ਦਿਖਾਇਆ ਪ੍ਰੈਕਟੀਕਲੀ ਕਿਹਾ ਨਹੀਂ ਕੀਤਾ ਉਹ ਸਰਕਾਰ ਦੀ ਪਾਪੂਲੈਰਿਟੀ ਤੋਂ ਫਿਰ ਉਹਨਾਂ ਨੇ ਪਰੇਸ਼ਾਨ ਹੋ ਕੇ ਬੀਜੇਪੀ ਵਾਲਿਆਂ ਨੇ ਉੱਥੇ ਈਡੀ ਦਾ ਇਸਤੇਮਾਲ ਕੀਤਾ ਕੀ ਜੇ ਇਹ ਉਸੇ ਦਿਨ ਹੀ ਸਾਰਾ ਕੁਝ ਰਿਸ਼ਤਾ ਵਿਕਣ ਲੱਗਿਆ ਸੀ ਉਸ ਤੋਂ 2 ਮਹੀਨੇ ਪਹਿਲਾਂ ਨਹੀਂ ਸੀ ਵਿਕਣ ਲੱਗਿਆ ਉਦੋਂ ਹੀ ਕਿਉਂ ਹੋਇਆ ਇਹ ਜਾਣ ਬੁੱਝ ਕੇ ਕੀ ਜਿਹੜੇ ਸਾਡੇ ਬਿੱਲ ਪਾਸ ਕੀਤੇ ਉਹਨਾਂ ਨੂੰ ਰੋਕਿਆ ਜਾਣਾ ਚਾਹੀਦਾ ਸੀ ਜਿਵੇਂ ਗਵਰਨਰ ਸਾਹਿਬ ਦੇ ਕੋਲੋਂ ਲਿਆਉਣਾ ਵਾਪਸ ਕਰਨਾ ਵਾਪਸ ਲਿਆਉਣਾ ਪੈਂਡਿੰਗ ਪਏ ਨੇ ਦੇਖਿਆ ਨਹੀਂ ਬਾਹਰ ਗਏ ਉਹ ਲਮਕਾਏ ਗਏ ਕੀ ਇਹ ਵਿਖਲਾ ਨਹੀਂ ਗਈ ਬੀਜੇਪੀ ਸਾਡੀ ਪਾਰਟੀ ਦੀ ਵਾਹਵਾ ਜਿਹੜੀ ਲੋਕਾਂ ਵਿੱਚ ਅੱਛੀ ਗੁੱਡਵਿਲ ਜਾ ਰਹੀ ਸੀਗੀ ਔਰ 4 ਮਹੀਨਿਆਂ 'ਚ ਕੀਤੇ ਹੋਏ ਕੰਮ ਨੇ ਪਿਛਲੇ ਜਿਹੜਾ 4.5 ਸਾਲ ਦਾ ਕੰਮ ਸੀ ਉਹ ਭੁਲਾਤਾ ਜੇ ਸਾਤੋਂ ਕੋਈ ਕਮੀਆਂ ਰਹੀਆਂ ਤੇ ਸਾਡੇ ਨਾਲ ਕਾਂਗਰਸ ਨਾਲ ਜੁੜੇ ਹੈ ਉਹ ਤੋਂ ਵਿਖਲਾ ਕੇ ਬੀਜੇਪੀ ਨੇ ਇਹ ਹੱਥ ਕੰਡੇ ਵਰਤੇ ਆ ਜਿਹੜੇ ਇਹਨਾਂ ਦੇ ਅਜੇ ਵੀ ਰਾਸ ਨਹੀਂ ਆਉਣੇ ਲੋਕ ਮਨ ਬਣਾ ਚੁੱਕੇ ਆ ਕਾਂਗਰਸ ਪਾਰਟੀ ਨੂੰ ਪੂਰਾ ਬਹੁਮਤ ਦੇ ਕੇ ਕਾਂਗਰਸ ਸਰਕਾਰ ਬਣਾ ਕੇ ਇਹ ਜਿਹੜਾ ਟ੍ਰੇਲਰ ਚੰਨੀ ਸਰਕਾਰ ਨੇ ਦਿਖਾਇਆ ਕਾਂਗਰਸ ਦੀ ਨੇ ਇਹਦੀ ਫੁੱਲ ਫਿਲਮ 5 ਸਾਲਾਂ ਦਾ ਇਹਨੂੰ ਪੂਰਾ ਮੌਕਾ ਦੇਣਾ ਚਾਹੁੰਦੇ ਨੇ ਕਾਂਗਰਸ ਨੂੰ ਸਰਕਾਰ ਬਣਾਉਣ ਦਾ ਮੌਕਾ ਦੇਣਗੇ ਲੋਕ ਬੀਬੀ ਜੀ ਇੱਕ ਹੋਰ ਬਿਆਨ ਜਿਹੜੇ ਨੇ ਬੀਜੇਪੀ ਆਗੂ ਹਰਜੀਤ ਗਰੇਵਾਲ ਹੋਰਾਂ ਦਾ ਸਾਹਮਣੇ ਆਇਆ ਹੈ ਤੁਹਾਡੇ ਬਿਆਨ ਤੋਂ ਬਾਅਦ ਉਹ ਕਹਿੰਦੇ ਨੇ ਕਿ ਕਾਂਗਰਸ ਜਿਹੜੀ ਹੈ ਬੌਖਲਾਈ ਹੋਈ ਹੈ ਜਿਸ ਕਾਰਨ ਜਿਹੜਾ ਹੈਗਾ ਬੀਜੇਪੀ ਵੀ ਅਕਾਲੀ ਦਲ ਦੇ ਨਾਲ ਗੱਠਜੋੜ ਕਰਕੇ ਸਰਕਾਰ ਬਣਾਉਣ ਜਾ ਰਹੀ ਹੈ ਪੰਜਾਬ 'ਚ ਨਹੀਂ ਕਾਂਗਰਸ ਕਿਉਂ ਬਖਲਾਈ ਹੈ ਅਸੀਂ ਤਾਂ ਬੈਠੇ ਹਾਂ ਤਾਂ ਕਹਿੰਦੇ ਸਾਡੀ ਸਰਕਾਰ ਬਣ ਰਹੀ ਹੈ ਬਖਲਾਈਪਣ ਦਾ ਤਾਂ ਮੈਂ ਹਾਲਾਂਕਿ ਰਣਜੀਤ ਗਰੇਵਾਲ ਸਾਡੇ ਧਨੌਲੇ ਤੋਂ ਹੈ ਜੂਨੀਅਰ ਮੁੰਡਾ ਯੰਗ ਬੋਏ ਮੈਂ ਉਹਨਾਂ ਦੀ ਗੱਲ ਦਾ ਜਵਾਬ ਨਹੀਂ ਕਿਸੇ ਦਾ ਦੇਣਾ ਚਾਹੁੰਦੀ ਉਹਨਾਂ ਦੀ ਆਪਣੀ ਓਪੀਨੀਅਨ ਹੋ ਸਕਦੀ ਹੈ ਲੇਕਿਨ ਮੋਟੀ ਗੱਲ ਮੈਂ ਕਰਦੀ ਹਾਂ ਕਿ ਤੁਸੀਂ ਇੱਕ ਗੱਲ ਕਹਿ ਦੇਣੀ ਤੇ ਇੱਕ ਅਪਰੂਵ ਕਰਨੀ ਬਖਲਾਹਟ ਕਿੱਥੇ ਨਜ਼ਰ ਆ ਰਹੀ ਹੈ ਬਖਲਾਹਟ ਤਾਂ ਬੀਜੇਪੀ 'ਚ ਨਜ਼ਰ ਆ ਰਹੀ ਹੈ
ਮੋਦੀ ਜੀ ਪੰਜਾਬ 'ਚ ਆਏ ਨੇ, ਪੰਜਾਬ ਦੀਆਂ ਇਲੈਕਸ਼ਨਾਂ ਹੋਈਆਂ ਹੈ ਤੇ ਪੰਜਾਬ ਦੇ ਵਿੱਚ ਖਾਲੀ ਕੁਰਸੀਆਂ ਨੇ ਉਹਨਾਂ ਨੂੰ ਵੈਲਕਮ ਕੀਤਾ ਹੈ ਜੀ ਉਹ ਬਖਲਾਹਟ ਹੋ ਸਕਦੀ ਹੈ। ਪੰਜਾਬ ਦੇ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਜਾਂ ਆਪਣਾ ਢੀਂਡਸਾ ਪਾਰਟੀ ਜਿਨ੍ਹਾਂ ਦੇ ਨਾਲ ਕੋਈ ਵੀ ਮੈਂਬਰ ਨਹੀਂ ਟਿਕਿਆ, ਕਹਿੰਦੇ ਸੀ ਜਦੋਂ ਆਹ ਸਰਕਾਰ ਹਟ ਗਈ ਲੱਗ ਗਿਆ ਜਾਬਤਾ ਸਾਡੀਆਂ ਪਾਰਟੀਆਂ 'ਚ ਆਉਣਗੇ, ਇਹਨਾਂ ਦੀ ਅਲਾਈ ਪਾਰਟੀਜ਼ ਵਿੱਚ ਕੋਈ ਨਹੀਂ ਆਇਆ, ਨਾ ਕੈਪਟਨ ਦੀ ਪਾਰਟੀ 'ਚ ਆਇਆ ਨਾ ਢੀਂਡਸੇ ਦੀ 'ਚ ਆਇਆ। ਸੋ ਉਹ ਹਾਰੀਆਂ ਹੋਈਆਂ ਪਾਰਟੀਆਂ ਹਾਰੇ ਹੋਏ ਗਰੁੱਪਾਂ ਦੇ ਨਾਲ ਅਲਾਈਅੰਸ ਕਰ ਰਹੀਆਂ ਹੈ ਤੇ ਬਖਲਾਹਟ ਤਾਂ ਉਹਨਾਂ ਵਿੱਚ ਹੋਣੀ ਚਾਹੀਦੀ ਹੈ। ਬਖਲਾਹਟ ਤਾਂ ਉਹਨਾਂ ਵਿੱਚ ਹੋਣੀ ਚਾਹੀਦੀ ਹੈ ਜਿਹੜੇ ਬੰਦੇ ਮੈਂ ਦੱਸੇ ਵੀ ਆ ਡੇਰਿਆਂ ਦੀਆਂ ਬਾਹਾਂ ਮਰੋੜ ਕੇ ਵੋਟਾਂ ਲੈਣਾ ਚਾਹੁੰਦੇ ਨੇ। ਜੇਕਰ ਬੀਬੀ ਜੀ ਗੱਲ ਕਰੀਏ, ਜੇਕਰ ਕਾਂਗਰਸ ਨੂੰ, ਕਿਉਂਕਿ ਪਾਰਟੀਆਂ ਜ਼ਿਆਦਾ ਹੋਣ ਕਾਰਨ ਆਮ ਆਦਮੀ ਪਾਰਟੀ ਦਾ ਵੀ ਜ਼ੋਰ ਵੇਖਣ ਨੂੰ ਮਿਲ ਰਿਹਾ, ਜੇਕਰ ਕਾਂਗਰਸ ਨੂੰ ਬਹੁਮਤ ਨਹੀਂ ਆਉਂਦੀ ਫਿਰ ਕਾਂਗਰਸ ਕਿਹੜੀ ਪਾਰਟੀ ਨਾਲ ਗੱਠਜੋੜ ਕਰ ਸਕਦੀ ਹੈ? ਪਹਿਲੀ ਗੱਲ ਤਾਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਕਿ ਬਹੁਮਤ ਨਹੀਂ ਆਉਂਦੀ, ਕਿਉਂਕਿ ਮੈਂ ਰੀਜ਼ਨ ਦਿੱਤੇ ਹੈ ਕਿ ਬਹੁਮਤ ਮਿਲਣ ਦੇ ਆਹ ਕਾਰਨ ਨੇ 4.5 ਮਹੀਨੇ ਸਰਕਾਰ ਨੇ ਇੱਕ ਛਾਪ ਛੱਡੀ ਹੈ ਲੋਕਾਂ ਦੇ। 4.5 ਸਾਲ ਵੀ ਲੋਕਾਂ ਨੂੰ ਯਾਦ ਨੇ, ਜੇਕਰ 4.5 ਮਹੀਨਿਆਂ ਦੀ ਐਗਜ਼ਾਮਪਲ ਦੇ ਰਹੇ ਹੋ ਤੁਸੀਂ, 4.5 ਸਾਲਾਂ 'ਚ ਕੀ ਹੋਇਆ? ਦੇਖੋ ਪਾਰਟੀ ਨਹੀਂ ਕੋਈ ਮਾੜੀ ਹੁੰਦੀ, ਪਾਰਟੀ ਵਿੱਚ ਵੇਲੇ ਦੀ ਲੀਡਰਸ਼ਿਪ ਗਲਤ ਆ ਜਾਂਦੀ ਹੈ। ਕਾਂਗਰਸ ਪਾਰਟੀ ਨੂੰ ਨਹੀਂ ਲੋਕ ਮਾੜਾ ਕਹਿੰਦੇ, ਕਾਂਗਰਸ ਪਾਰਟੀ ਦੀ ਉਹ 4.5 ਦੀ ਲੀਡਰਸ਼ਿਪ ਨੂੰ ਮਾੜਾ ਕਹਿੰਦੇ ਤੇ 4.5 ਮਹੀਨੇ ਦੀ ਲੀਡਰਸ਼ਿਪ ਨੇ ਕਰਤਾ। ਪਰ ਬੀਬੀ ਜੀ ਅਲਟੀਮੇਟਲੀ ਨੁਕਸਾਨ ਤਾਂ ਪੰਜਾਬੀਆਂ ਦਾ ਹੋਇਆ ਨਾ, ਉਹਦੇ 'ਚ ਪੰਜਾਬੀਆਂ ਦਾ ਕੀ ਕਸੂਰ ਸੀ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਕੰਮ ਨਹੀਂ ਕੀਤਾ? ਮੈਂ ਤੁਹਾਨੂੰ ਇਹੀ ਕਹਿੰਦੀ ਹਾਂ ਪੰਜਾਬੀਆਂ ਦਾ ਜੇ ਕਸੂਰ ਹੈ ਨਹੀਂ ਸੀਗਾ ਤੇ ਇਸੇ ਕਰਕੇ ਸਾਡੀ ਆਪਣੀ ਕਾਂਗਰਸ ਪਾਰਟੀ ਨੇ ਅਮਰਿੰਦਰ ਸਿੰਘ ਨੂੰ ਘਰ ਬਿਠਾਤਾ ਤੇ ਠੀਕ ਹੈ, ਮੈਂ ਐਗਰੀ ਹਾਂ ਕਰਦੀ ਹਾਂ ਕਿ ਥੋੜਾ ਹੋਰ ਪਹਿਲਾਂ ਬੈਠ ਜਾਂਦੇ ਤਾਂ ਹੋਰ ਫਾਇਦਾ ਹੋਣਾ ਸੀਗਾ। ਲੇਕਿਨ ਚੰਨੀ ਨੂੰ ਮੈਂ ਇਸ ਕਰਕੇ ਨਹੀਂ ਦਾਵਾ ਦਿੰਦੀ ਕਿ ਸਾਡੀ ਪਾਰਟੀ ਦੇ ਸੀਐਮ ਨੇ, ਉਹਨਾਂ ਨੇ ਇਸ ਤਰੀਕੇ ਨਾਲ ਕਿਉਂਕਿ ਲਾਈਫ 'ਚ ਉੱਠ ਕੇ ਗਏ ਸੀ, ਉਹਨਾਂ ਨੂੰ ਡਿਸਕਸ਼ਨ ਕਰਨ ਦੀ ਹੋਰ ਕਰਨ ਦੀ ਲੋੜ ਨਹੀਂ ਸੀ, ਉਹਨਾਂ ਪ੍ਰੈਕਟਿਸ ਹੋਈ ਵੀ ਸੀ ਉਹਨਾਂ ਦੀ, ਉਹ ਸਾਰੇ ਮੁੱਦਿਆਂ ਵਿੱਚ ਉਹਨਾਂ ਨੇ 4.5 ਸਾਲ ਦੀ ਘਾਟ ਪੂਰੀ ਕੀਤੀ। ਲੇਕਿਨ ਉਦੋਂ ਕਹਾਂ ਜਿਹੜੀ ਡਿਲੇ ਕੀਤੀ, ਜੇ ਲੋਕਾਂ ਨੂੰ ਰਾਸ਼ਤਾ ਹੋਣੀ ਚਾਹੀਦੀ, ਉਹ ਇੱਕ ਸਾਡੇ ਬਿੱਲ ਲਾਗੂ ਕਿਉਂ ਨਹੀਂ ਹੋਣ ਦਿੱਤੇ? ਜਾਬਤਾ ਕਿਉਂ ਉਡੀਕਦੇ ਰਹੇ? ਜਾਬਤਾ ਕਿਉਂ ਜਲਦੀ ਲਗਾਤਾ? 8ਵੀਂ ਮੀਟਿੰਗ ਕੀਤੀ, 8ਵੀਂ ਜਾਬਤਾ ਲਵਾਤਾ, ਸਾਡੇ ਬਿੱਲ ਕਿਉਂ ਨਹੀਂ ਪਾਸ ਹੋਣ? ਉੱਥੇ ਨੂੰ ਰਾਸ਼ਤਾ ਲੋਕਾਂ ਨੂੰ ਜ਼ਿਆਦਾ ਹੋਊ ਕੈਪਟਨ ਵਾਲੀ। ਅੱਛਾ, ਦੂਜੇ ਪਾਸੇ ਇਹ ਹੈਗਾ ਕਿ ਕੈਪਟਨ ਹੁਣ ਮਿਲਿਆ ਬੀਜੇਪੀ ਨਾਲ ਹੈ ਤੇ ਜੇ ਕੈਪਟਨ ਤੋਂ ਨਿਰਾਸ਼ਤਾ ਹੈਗੀ, ਕੈਪਟਨ ਕਰਕੇ ਕਾਂਗਰਸ ਕਹਿੰਦੇ ਹੋ ਤਾਂ ਕੈਪਟਨ ਕਰਕੇ ਬੀਜੇਪੀ ਤੋਂ ਨਿਰਾਸ਼ਤਾ ਨਹੀਂ ਹੈ? ਉਹੀ ਕੈਪਟਨ ਹੈ ਜਿਹੜਾ ਉੱਥੇ ਹੈ, ਇੱਥੋਂ ਫੇਲ ਹੋਇਆ ਵਾ, ਇੱਥੇ ਨੁਕਸਾਨ ਕੀਤਾ ਵਾ, ਉਹਦੇ ਨਾਲ ਬੀਜੇਪੀ ਨਾਲ ਗਿਆ ਤਾਂ ਬੀਜੇਪੀ ਤੋਂ ਨਿਰਾਸ਼ਤਾ ਹੋਊਗੀ। ਇਸ ਕਰਕੇ ਸਾਡੀ ਪਾਰਟੀ ਦੀ ਸਰਕਾਰ ਬਣ ਰਹੀ ਹੈ, ਕੋਈ ਸ਼ੱਕ ਨਹੀਂ ਹੈ। ਲੇਕਿਨ ਮੈਂ ਜਿਵੇਂ ਫਿਰ ਕਿਹਾ ਕਿ ਇੱਕੋ ਹੀ ਮੁੱਦਾ ਨਹੀਂ ਇਕੱਲਾ ਕਿ ਚੋਣ ਦਾ ਤੇ ਸਰਕਾਰ ਦਾ, ਇੱਕ ਠੀਕ ਹੈ ਕਰੋਟੀ ਹੈਗਾ ਮੁੱਦਾ ਇਹ, ਲੇਕਿਨ ਇਸ ਤੋਂ ਇੰਪੋਰਟੈਂਟ ਮੁੱਦੇ ਹੋਰ ਅੱਜ ਪੰਜਾਬ ਲਈ ਖਤਰੇ ਦੀ ਘੰਟੀ ਵੱਜ ਗਈ ਹੈ ਬੀਜੇਪੀ ਦੀ ਮੋਦੀ ਸਰਕਾਰ ਵੱਲੋਂ। ਅੱਜ 1 ਬਾਏ 1 ਪੰਜਾਬ ਦੇ ਉੱਤੇ ਅਟੈਕ ਕੀਤੇ ਜਾ ਰਹੇ ਨੇ, ਪੰਜਾਬ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪੰਜਾਬ ਨੂੰ ਆਪਣਾ ਕਿਸੇ ਨਾ ਕਿਸੇ ਤਰੀਕੇ ਨਾਲ ਅੱਡ ਮਿਲਾ ਦਿਓ, ਟੈਰੀਟਰੀਆਂ 'ਚ ਉੱਧਰ ਕਰਕੇ ਤੋੜ ਦਿਓ। ਪੰਜਾਬ ਦੇ ਉੱਤੇ ਨਿਸ਼ਾਨਾ ਬਿੰਨਿਆ, ਜਿਵੇਂ ਇਹਨਾਂ ਨੇ J&K ਦੇ ਵਿੱਚ ਮੁਸਲਮਾਨ ਭਾਈਚਾਰਿਆਂ ਦੇ ਉੱਥੇ ਵੀ ਟੈਰੀਟਰੀ ਬਣਾ ਕੇ ਜੰਮੂ ਵੱਖਰਾ ਉਹ ਵੱਖਰਾ ਕੀਤਾ। ਇਹ ਹੁਣ ਪੰਜਾਬ ਉਹਨਾਂ ਦੇ ਏਜੰਡੇ ਤੇ ਹੈਗਾ। ਇਹ ਖਤਰੇ ਦੇ ਮੁੱਦੇ ਆ, ਇਹਨਾਂ ਲਈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ, ਇਕੱਲੀ ਸਰਕਾਰ ਬਣਾਉਣ ਲਈ ਨਹੀਂ। ਅੱਜ ਪੰਜਾਬ ਬਚਾਉਣ ਲਈ ਕਿਹੜੀ ਪਾਰਟੀ ਮੈਦਾਨ ਵਿੱਚ ਨਿੱਤਰਦੀ ਹੈ, ਕਿਹੜੀ ਪਾਰਟੀ ਆ ਕੇ ਸਟੈਂਡ ਲੈਂਦੀ ਹੈ ਡਟ ਕੇ? ਇਹ ਮੋਦੀ ਸਾਹਿਬ ਦੀ ਸਰਕਾਰ ਵੱਲੋਂ ਜਿਹੜਾ ਇਹਨਾਂ ਨੇ ਸਭ ਤੋਂ ਪਹਿਲਾਂ ਆਪਣਾ BSP ਨੂੰ 50 ਕਿਲੋਮੀਟਰ ਦੇ ਦਾਇਰੇ ਵਿੱਚ ਆ ਕੇ ਪੰਜਾਬ ਦੇ ਹਵਾਲੇ ਕਰਤਾ, ਔਰ ਇਸੇ ਤਰ੍ਹਾਂ ਫਿਰ ਕਿਸਾਨ ਦਾ ਅੰਦੋਲਨ ਸੀਗਾ, ਸਾਡੀ ਜ਼ਮੀਨ ਖੋਹਣ ਵਾਸਤੇ, ਸਾਡੇ ਕਿਸਾਨਾਂ ਨੂੰ ਮਜ਼ਦੂਰ ਬਣਾਉਣ ਵਾਸਤੇ ਪੰਜਾਬ ਦੇ ਵਿੱਚ 1.5 ਸਾਲ ਤੱਕ ਲੜਾਈ ਰੱਖੀ ਤੇ ਉੱਥੇ ਤਸ਼ੱਦਦ ਕੀਤੇ, ਉਹ ਮੁੱਦਾ ਹੈਗਾ। ਔਰ ਇਵੇਂ ਜਿਵੇਂ BBMB ਬਹੁਤ ਇਸ ਵੇਲੇ ਸੀਰੀਅਸ ਮੁੱਦਾ ਕਹਿ ਸਕਦੇ ਆ ਪੰਜਾਬ ਦੇ, ਜਿਹੜੀ ਮੈਂਬਰਸ਼ਿਪ ਹੈ, ਸਥਾਨੀ ਮੈਂਬਰਸ਼ਿਪ ਰੱਦ ਹੋਈ ਹੈ ਜਿਹੜੀ, ਸਾਡਾ ਪਾਣੀ ਖੋਹਣ ਲਈ, ਸਾਡੇ ਪਾਣੀਆਂ ਤੇ ਸਾਡਾ ਕੰਟਰੋਲ ਖੋਹਣ ਲਈ। ਅੱਜ ਜਿਹਦੇ ਤੇ ਕੱਲ ਕਿਸਾਨ ਯੂਨੀਅਨ ਵਾਲੇ ਵੀ ਮਿਲੇ ਨੇਗੇ, ਉਹਨਾਂ ਨੂੰ ਮਿਲ ਨਹੀਂ ਦਿੱਤਾ ਗਵਰਨਰ ਸਾਹਿਬ ਨੂੰ, ਉਸ ਦੇ ਉੱਤੇ ਅਟੈਕ ਕੀਤਾ, ਜ਼ਮੀਨ ਤੇ ਅਟੈਕ ਪੰਜਾਬ ਦੀ, ਤੇ ਪੰਜਾਬ ਦੇ ਪਾਣੀ ਤੇ ਅਟੈਕ, ਪੰਜਾਬ ਦੀ ਐਡਮਿਨਿਸਟ੍ਰੇਸ਼ਨ ਤੇ ਅਟੈਕ, ਪੰਜਾਬ ਦੇ ਸਾਡੀ ਧਰਤੀ ਤੇ ਅਟੈਕ BSF ਬਾੜ ਕੇ। ਇਹ ਅੱਜ ਖਤਰੇ ਦੀ ਘੰਟੀ ਪੂਰੀ ਤਰ੍ਹਾਂ ਸਾਡੀ ਗੌਰਮੈਂਟ ਆਫ ਇੰਡੀਆ ਦੀ ਮੋਦੀ ਸਰਕਾਰ ਦੀ ਭਾਵਨਾ, ਨੈਗੇਟਿਵ ਭਾਵਨਾ ਪੰਜਾਬ ਦੇ ਪ੍ਰਤੀ ਜਿਹੜੀ ਹੈਗੀ, ਇਹ ਚਿੰਤਾ ਦਾ ਵਿਸ਼ਾ ਹੈ। ਸਾਨੂੰ ਬਹੁਤ ਛੋਟੀਆਂ ਗੱਲਾਂ ਤੈਅ ਤੇ ਮੈਂ ਤੇ ਇਲਜ਼ਾਮਬਾਜ਼ੀ ਤੇ ਪੋਲੀਟਿਕਸ ਤੇ ਸਿਆਸੀ ਇਲਜ਼ਾਮਬਾਜ਼ੀ ਛੱਡ ਕੇ ਅੱਜ ਸਾਨੂੰ ਸੀਰੀਅਸਲੀ ਇਕੱਠੇ ਹੋਣਾ ਚਾਹੀਦਾ ਹੈ। ਅਸੀਂ ਅੱਗੇ ਵੀ ਜਦੋਂ ਇੱਥੇ ਪੰਜਾਬ 'ਚ ਅੱਤਵਾਦ ਦਾ ਸਮਾਂ ਸੀ, ਸੈਕੂਲਰ ਫੋਰਸਾਂ ਇਕੱਠੀਆਂ ਹੋਈਆਂ ਸੀ, ਉਸ ਵਕਤ CPI ਪਾਰਟੀ ਸੀ, CPM ਪਾਰਟੀ ਸੀ, ਰਾਮੂਵਾਲੀ ਦੀ ਪਾਰਟੀ ਸੀ, ਹੋਰ ਸੈਕੂਲਰ ਪਾਰਟੀਆਂ ਸੀਗੀਆਂ। ਸੋ ਇਸੇ ਤਰ੍ਹਾਂ ਨਾਲ ਜਦੋਂ ਕਿਤੇ ਵੀ ਦੇਸ਼ ਦੇ ਉੱਤੇ ਹੁੰਦਾ ਹੈ ਖਤਰਾ, ਪਹਿਲਾਂ ਆਜ਼ਾਦੀ ਤੇ ਖਤਰਾ ਸੀ, ਉਦੋਂ ਵੀ ਇਕੱਠੀਆਂ ਹੋਈਆਂ। ਅੱਜ ਫਿਰ ਪੰਜਾਬ ਬਚਾਉਣ ਤੇ, ਪੰਜਾਬ ਦੇ ਵਿੱਚ ਤੁਸੀਂ BBM ਦੀ ਗੱਲ ਕੀਤੀ ਹੈ, ਇਹ ਕਿਹਨੇ ਦਿੱਤੇ ਸੀ? ਯੂਨੀਵਰਸਿਟੀ ਕਿਹਨੇ ਦਿੱਤੇ ਸੀ? ਪ੍ਰਤਾਪ ਸਿੰਘ ਕੈਰੋਂ ਮੁੱਖ ਮੰਤਰੀ ਸੀ ਕਾਂਗਰਸ ਦੇ, ਪ੍ਰਾਈਮ ਮਿਨਿਸਟਰ ਕਾਂਗਰਸ ਦੇ ਸੀਗੇ, ਪੰਡਿਤ ਜਵਾਹਰ ਲਾਲ ਨਹਿਰੂ, ਉਹਨਾਂ ਨੇ ਪੰਜਾਬ ਨੂੰ ਦੇਣ ਦਿੱਤੀ। ਕੈਰੋਂ ਨੇ ਮਹਾ ਪੰਜਾਬ ਵੱਡਾ ਪੰਜਾਬ ਕਿਹਾ। ਅੱਜ ਉਹ ਖੋਇਆ ਜਾ ਰਿਹਾ ਹੈ ਕੇਂਦਰ ਵੱਲੋਂ, ਖੋਹ ਰਿਹਾ ਕੇਂਦਰ ਦੀ BJP ਦੀ ਸਰਕਾਰ ਦੀ ਨੀਤੀ ਦੇ ਨਾਲ। ਤੇ ਅੱਜ ਇਹ ਸਾਰੇ ਪੰਜਾਬ ਦੇ ਲੋਕ ਸਭ ਕੁਝ ਸਮਝਦੇ ਆ, ਦੇਖਦੇ ਆ, ਤੇ ਅੱਜ ਇਸ ਖਤਰੇ ਤੋਂ ਬਚਣ ਲਈ ਸਾਨੂੰ ਇਹਨਾਂ ਇਸ਼ੂਆਂ ਤੇ ਬਿਲਕੁਲ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ। ਕੱਲੀ ਇਹੀ ਨਹੀਂ ਕਿ ਸਰਕਾਰ ਬਣਾਉਣ ਲਈ ਇਕੱਠੇ ਹੋਣਾ ਚਾਹੀਦਾ। ਪੰਜਾਬ ਬਚਾਓ। ਬਿਲਕੁਲ ਬੀਬੀ, ਤੁਸੀਂ ਇਕੱਠੇ ਹੋਣ ਦੀ ਗੱਲ ਕਰ ਰਹੇ ਹੋ, ਕੀ ਮੰਨਦੇ ਹੋ ਪੰਜਾਬ ਦੇ ਵਿੱਚ ਮੁੱਖ ਪਾਰਟੀਆਂ ਨੇ ਜਿੰਨੀਆਂ, ਉਹਨਾਂ 'ਚੋਂ ਕਾਂਗਰਸ ਦੇ ਨਾਲ ਹੋਰ ਕੋਈ ਪਾਰਟੀ ਇਹੋ ਜਿਹੀ ਹੈਗੀ ਜਿਹੜੀ ਸੈਕੂਲਰ ਹੋਵੇ?
ਦੇਖੋ ਸੈਕੂਲਰ ਤਾਂ ਕੋਈ ਇੰਡੀਵਿਜੂਅਲ ਬੰਦਾ ਵੀ ਸੈਕੂਲਰ ਸੋਚਦਾ ਹੋ ਸਕਦਾ ਹੈਗਾ। ਜਿਹੜੇ ਲੜ ਰਹੇ ਆ ਕਿੰਨੀਆਂ ਹੀ 5-7 ਪਾਰਟੀਆਂ ਲੜ ਰਹੀਆਂ ਹੈਗੀਆਂ, ਸੈਕੂਲਰ ਹੋ ਸਕਦੇ ਨੇਗੇ। ਲੇਕਿਨ ਜਿਹੜੀਆਂ ਬਿਲਕੁਲ ਸੈਕੂਲਰ ਨਹੀਂ, ਬਿਲਕੁਲ ਖਾਸ ਤੌਰ ਤੇ ਸੈਕੂਲਰ ਤੋਂ ਵੀ ਇਲਾਵਾ ਫਿਰਕਾ ਪ੍ਰਸਤ ਪਾਰਟੀਆਂ, ਉਹ ਮੇਰੀ ਨਜ਼ਰ ਵਿੱਚ 2 ਪਾਰਟੀਆਂ ਬੀਜੇਪੀ ਤੇ ਅਕਾਲੀ ਦਲ। ਇਹ 2 ਪਾਰਟੀਆਂ ਨੂੰ ਛੱਡ ਕੇ ਬਾਕੀ ਕੋਈ ਕਿਸੇ ਤਰ੍ਹਾਂ ਨਾਲ ਸੈਕੂਲਰ 70% ਹੈ, ਕੋਈ 50% ਹੈ, ਕੋਈ 20% ਹੈ, ਕੋਈ 100% ਹੈਗਾ। ਤੇ ਇਹ ਮੈਂ ਤਾਂ ਕਹਿੰਦੀ ਹਾਂ ਕਿ ਅੱਜ ਤਾਂ ਜੇ ਅਕਾਲੀ ਦਲ ਵੀ ਗੱਲ ਕਰਦਾ ਹੈ ਤਾਂ ਇਹਨਾਂ ਨੂੰ ਸਿਆਸਤਾਂ ਸੂਸਤਾਂ ਦੀਆਂ ਗੱਲਾਂ ਪਰੇ ਕਰ ਦੇਣੀਆਂ ਚਾਹੀਦੀਆਂ। ਤੇ ਜੋ ਬੀਜੇਪੀ ਦੀ ਭਾਵਨਾ ਇਸ ਵਕਤ ਹੈਗੀ ਹੈ, ਬੀਜੇਪੀ ਦੀ ਭਾਵਨਾ ਦਾ ਮੂੰਹ ਤੋੜਵਾਂ ਜਵਾਬ ਦੇਣ ਵਾਸਤੇ ਵਿਧਾਨ ਸਭਾਵਾਂ ਦੇ ਵਿੱਚ, ਵਿਧਾਨ ਸਭਾਵਾਂ ਤੋਂ ਬਾਹਰ ਜਿਸ ਤਰੀਕੇ ਦੇ ਨਾਲ ਬੈਠ ਕੇ ਲੀਕ ਕੇ ਆਲ ਪਾਰਟੀਆਂ ਮੀਟਿੰਗਾਂ ਚੰਨੀ ਜੀ ਨੇ ਕੀਤੀ ਹੈ, ਅੱਛੀ ਗੱਲ ਹੈ। ਇਹ ਸੱਦੀ ਹੋਈ ਹੈ ਮੀਟਿੰਗ, ਹਾਂ ਕਰ ਰਹੇ ਹੈ, ਕਾਲ ਦਿੱਤੀ ਹੈ ਤੇ ਇਹ ਵਿਚਾਰ ਵਟਾਂਦਰਾ ਕਰ ਰਹੇ ਹੈ ਬੜੀ ਗੰਭੀਰਤਾ ਨਾਲ। ਬੜੇ ਬਲਕਿ ਇਕੱਲੇ ਹੀ ਨਹੀਂ ਕਿ ਸਿਆਸੀ ਲੈਵਲ 'ਤੇ ਰਹਿਣ, ਐਕਸਪਰਟਸ ਨੂੰ ਲੈਣਾ ਚਾਹੀਦਾ ਨਾਲ। ਜਿਹੜੇ ਐਕਸਪਰਟਸ ਨੇ, ਜਿਹੜੇ ਪੰਜਾਬ ਦੇ ਹਿੱਤ ਦੇ ਇਤਿਹਾਸਕਾਰ ਨੇ ਬੈਠੇ ਨੇ, ਉਹ ਸਿਆਣੇ ਬੰਦਿਆਂ ਨੂੰ ਵਿੱਚ ਇਕੱਠੇ ਕਰਕੇ ਜਿਵੇਂ ਸੋਚ ਵਾਲੀ ਕਮੇਟੀ ਬਣਾ ਕੇ ਇਸ ਪੰਜਾਬ ਨੂੰ ਅੱਜ ਬਚਾਓ। ਇਹ ਤੇ ਖਤਰੇ ਦੇ ਬੱਦਲ ਹੈਗੇ ਨੇ। ਜੇ ਪੰਜਾਬ ਟੁੱਟ ਗਿਆ ਤਾਂ ਇਹਦਾ ਮੈਂ ਕਹਿੰਦੀ ਕੋਈ ਵੀ ਇਹਦਾ ਫਿਰ ਇਸ ਦੇਸ਼ ਦਾ ਕੋਈ ਵਾਸੀ ਨਹੀਂ ਰਹਿਣਾ। ਇਸ ਤਰੀਕੇ ਦੀ ਗੱਲ ਡਿਕਟੇਟਰਸ਼ਿਪ ਇੱਥੇ ਆਊਗੀ। ਡਿਕਟੇਟਰਸ਼ਿਪ ਦੇ ਨਾਲ ਉਹ ਧੱਕਿਆਂ ਨਾਲ ਰਾਜ ਕਰਨਗੇ। ਸਾਡੇ ਜਿਸ ਤਰ੍ਹਾਂ ਕਿ ਕੁਝ ਕਾਰਪੋਰੇਟਸ ਆ ਕੇ ਸਾਰੇ ਸਾਡੇ ਹਿੰਦੁਸਤਾਨ ਨੂੰ ਕਾਲੇ ਅੰਗਰੇਜ਼ਾਂ ਦੇ ਰੂਪ ਵਿੱਚ ਜਾਣਿਆ ਜਾਊਗਾ ਬੀਜੇਪੀ ਨੂੰ, ਕਿ ਇਹਨਾਂ ਨੇ ਸਾਡੇ ਦੇਸ਼ ਨੂੰ ਦੁਆਰਾ ਗੁਲਾਮ ਕੀਤਾ। ਜੇਕਰ ਬੀਬੀ ਜੀ ਗੱਲ ਕਰੀਏ, ਚਰਚਾਵਾਂ ਚੱਲ ਰਹੀਆਂ ਨੇ ਕਿ ਕਾਂਗਰਸ ਹਾਈ ਕਮਾਨ ਵੱਲੋਂ ਪੰਜਾਬ ਕਾਂਗਰਸ ਦੇ ਜਿੰਨੇ ਐਮਐਲਏ ਨੇ ਜਾਂ ਸਪੋਜ਼ ਟੂ ਬੀ ਐਮਐਲਏ ਨੇ, ਉਹਨਾਂ ਨੂੰ ਰਾਜਸਥਾਨ ਦੇ ਵਿੱਚ ਇੱਕ ਥਾਂ ਤੇ ਇਕੱਠਾ ਕਰਿਆ ਜਾ ਰਿਹਾ। ਕਾਂਗਰਸ ਘਬਰਾਈ ਹੋਈ ਹੈ, ਸਾਡੇ ਐਮਐਲਏ ਨਾ ਆਮ ਆਦਮੀ ਪਾਰਟੀ ਤੋੜ ਲੇ। ਜੇ ਕਿਸੇ ਨੇ ਜਾਣਾ ਰਾਜਸਥਾਨ ਤੋਂ ਨਹੀਂ ਜਾ ਸਕਦਾ। ਤੁਸੀਂ ਇਹ ਦੱਸੋ ਆ ਕੇ ਕਿ ਅੱਜ ਕੱਲ੍ਹ ਟੈਲੀਫੋਨਾਂ ਦੀ ਸੁਵਿਧਾਵਾਂ, ਪ੍ਰੋਬਲਮਾਂ ਘਰੇ, ਤੇ ਰਾਜਸਥਾਨ ਤੇ ਕਿਹੜਾ ਬਾਰਡਰ ਹੈ ਕਿ ਉੱਥੇ ਕੋਈ ਦੂਜੀ ਪਾਰਟੀ ਦਾ ਬੰਦਾ ਨਹੀਂ ਜਾ ਸਕਦਾ, ਜਾਂ ਕਿਹੜਾ ਕੋਈ ਰੱਖ ਲੂਗਾ। ਜੇ ਕਿਸੇ ਨੇ ਨਹੀਂ ਜਾਣਾ ਤਾਂ ਉਹਨੂੰ ਕੌਣ ਲੈ ਜਾਊਗਾ? ਹੁਣ ਜਿਹੜੇ ਸਾਡੇ ਗਏ ਆ ਚੰਨੀ, ਉੱਥੇ ਵਰਜੀਆ ਦਿਖਾਇਆ ਫੋਟੋ 'ਚ, ਜਾਂ ਸਿੱਧੂ ਦਿਖਾਇਆ ਜਾਂ ਪਾਂਡੇ ਦਿਖਾਇਆ, ਇਹ ਕੋਈ ਇਹਨਾਂ ਨੂੰ ਚੱਕ ਕੇ ਜਾਣ ਵਾਲੇ ਹੈਗੇ ਨੇ, ਕੌਣ ਲੈ ਜਾਊਗਾ ਚੱਕ ਕੇ? ਪੰਜਾਬ ਕਿਉਂ ਹਾਈ ਕਮਾਨ ਵੱਲੋਂ ਜਿਹੜਾ ਹੈਗਾ ਰਾਜਸਥਾਨ ਦੇ ਵਿੱਚ ਬਿਲਕੁਲ ਨਹੀਂ ਹਾਈ ਕਮਾਂਡ ਨੇ। ਇਹ ਮੀਡੀਆ ਦੇ ਵਿੱਚ ਆਈ ਵੀ ਗੱਲ ਹੈ। ਮੀਡੀਆ ਇੱਕ ਨਿੱਕੀ ਜਿਹੀ ਗੱਲ ਹੁੰਦੀ ਹੈ ਜਿਹਨੂੰ ਕਹਿੰਦੇ ਫੰਗਾ ਦੀਆਂ ਡਾਰਾਂ, ਇਹ ਤੂਲ ਦਿੰਦੇ ਨੇ। ਰਾਜਸਥਾਨ ਸਾਡੀ ਸਰਕਾਰ ਹੈ, ਕਾਂਗਰਸੀ ਹੈ। ਕਾਂਗਰਸ ਨਾਲ ਜਾਂਦੇ ਹਾਂ ਜਿੱਥੇ ਆਪਣੀ ਸਰਕਾਰ ਹੁੰਦੀ ਹੈ, ਲਗਾਓ ਹੁੰਦਾ ਥੋੜ੍ਹਾ ਜਿਹਾ, ਕੁਝ ਸਿੱਖਣਾ ਹੁੰਦਾ, ਕੁਝ ਦੇਖਣਾ ਹੁੰਦਾ, ਔਰ ਵੈਦਰ ਵੀ ਅੱਛਾ ਹੈਗਾ। ਔਰ ਲੋਕ ਮਿਹਨਤ ਕਰਨ ਤੋਂ ਬਾਅਦ ਜਦੋਂ ਥੱਕ ਜਾਂਦੇ ਤਾਂ ਆਰਾਮ ਵੀ ਭਾਲਦੇ। ਇਲੈਕਸ਼ਨਾਂ ਵਿੱਚ ਸਾਰੇ ਥੱਕੇ ਹੋਏ ਲੋਕ ਸੀਗੇ, ਤੇ ਉੱਥੇ ਇੱਕ ਪਲੇਟਫਾਰਮ ਤੇ ਸਾਰੇ ਪੋਲੀਟੀਕਲ ਬੰਦੇ ਆਪਣੇ ਆਪਣੇ ਸਾਥੀ ਗਰੁੱਪ ਬਣਾ ਕੇ ਗਏ ਆ। ਤੇ ਇਹਦੇ ਵਿੱਚ ਕੀ ਮਾੜਾ ਹੈਗਾ? ਕੋਈ ਪਹਾੜਾਂ ਨੂੰ ਗਿਆ, ਕੋਈ ਕਿਤੇ ਨੂੰ ਗਿਆ, ਅਸੀਂ ਰਾਜਸਥਾਨ 'ਚ ਗਏ ਆ। ਬਿਲਕੁਲ ਹਾਈ ਕਮਾਂਡ ਦੀ ਕੋਈ ਡਾਇਰੈਕਸ਼ਨ ਨਹੀਂ, ਨਾ ਹਾਈ ਕਮਾਂਡ ਲੈ ਕੇ ਗਈ ਹੈ। ਬੀਬੀ ਜੀ ਇੱਕ ਹੋਰ ਗੱਲ ਸਾਡੇ ਦਰਸ਼ਕ ਜਾਣਨਾ ਚਾਹੁੰਦੇ ਨੇ ਕਿ ਤੁਹਾਡੇ ਵੱਲੋਂ ਜਿਹੜਾ ਹੈਗਾ ਹਾਈ ਕਮਾਂਡ ਨਾਲ ਕੋਈ ਰਾਬਤਾ ਕੀਤਾ ਜਾਂਦਾ, ਕਿਉਂਕਿ ਕਾਂਗਰਸ ਦੇ ਵਿੱਚ ਖਾਨਾ ਜੰਗੀ ਬਹੁਤ ਵੇਖਣ ਨੂੰ ਮਿਲੀ ਹੈ। ਨਵਜੋਤ ਸਿੱਧੂ ਦਾ ਵੱਖ ਧੜਾ ਵੇਖਿਆ, ਕੈਪਟਨ ਅਮਰਿੰਦਰ ਸਿੰਘ ਦਾ ਵੱਖ ਦੇਖਿਆ, ਸੀਐਮ ਚੰਨੀ ਹੋਰਾਂ ਦਾ ਵੱਖ ਦੇਖਿਆ। ਤੁਹਾਡੇ ਵੱਲੋਂ ਕਦੀ ਕੋਈ ਸੁਝਾਅ ਜਾਂ ਕੋਈ ਗੱਲਬਾਤ ਹਾਈ ਕਮਾਂਡ ਤੱਕ ਪਹੁੰਚਾਈ ਗਈ ਹੋਵੇ? ਦੇਖੋ ਸ਼ੁਰੂ ਤੋਂ ਲੈ ਕੇ ਅੱਜ ਤੱਕ ਮੈਂ ਆਪਣੀਆਂ ਓਪੀਨੀਅਨਸ ਦਿੰਦੀ ਆਈ ਹਾਂ, ਔਰ ਮੈਨੂੰ ਇਹ ਗੱਲ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਕਿ ਜਿੰਨੀਆਂ ਗੱਲਾਂ ਕਈ ਵਾਰੀ ਫਰਜ਼ੀਆਂ ਉਹ ਸਲਾਹ ਮੇਰੇ ਵੀ ਖਿਲਾਫ ਜਾਂਦੀ ਹੈ, ਮੈਂ ਉਹ ਵੀ ਦਿੰਦੀ ਸੀ। ਉਹ ਵੀ ਹਾਈ ਕਮਾਂਡ ਤੱਕ ਮੈਂ ਦਿੰਦੀ ਸੀ, ਪਹੁੰਚਾਉਂਦੀ ਸੀ। ਔਰ ਉਹਦੇ ਵਿੱਚ ਹਾਈ ਕਮਾਂਡ ਦਾ ਜੋ ਡਿਸੀਜਨ ਹੁੰਦਾ ਸੀ, ਚਾਹੇ ਉਹ ਮੈਨੂੰ ਕੌੜਾ ਹੀ ਲੱਗਦਾ ਸੀ, ਜਿਵੇਂ ਸੀਐਮ ਤੋਂ ਬਾਅਦ ਡਿਪਟੀ ਸੀਐਮ ਬਣਨਾ, ਮੈਂ ਉਹ ਵੀ ਮੰਨਿਆ ਹਰ ਥਾਵਾਂ 'ਤੇ। ਸੋ ਇਸ ਕਰਕੇ ਜਿਹੜੀ ਹੈਗੀ ਹੈ, ਚੱਪੂ ਮੈਨੂੰ ਜਦੋਂ ਫੜਾਉਂਦੇ ਸੀ, ਮਝਧਾਰ 'ਚ ਕਿਸ਼ਤੀ ਹੁੰਦੀ ਉਦੋਂ ਮੈਨੂੰ ਫੜਾਉਂਦੇ ਸੀ, ਮੈਂ ਸੰਭਾਲਦੀ ਸੀ ਉਸ ਵਕਤ, ਪਿੱਛੇ ਨਹੀਂ ਸੀ ਹਟਦੀ। ਅੱਜ ਵੀ ਮੈਂ ਸਮਝਦੀ ਹਾਂ ਕਿ ਸਾਡੀ ਜਿਹੜੀ ਹਾਈ ਕਮਾਂਡ ਦੇ ਵਿੱਚ ਮੈਂ ਕੁਛ ਰਾਇਆਂ ਦਿੱਤੀਆਂ ਸੀ ਇਸ ਤੋਂ ਪਹਿਲਾਂ, ਆਹ 2 ਪਾਰਲੀਮੈਂਟਸ ਤੋਂ ਹੋਣ ਤੋਂ ਪਹਿਲਾਂ ਦਿੱਤੀਆਂ ਸੀਆਂ। ਇੱਕ ਕਿਸੇ ਥਾਂ 'ਤੇ ਕੋਈ ਥਾਟ ਸੀ ਕਿ ਸਾਡੇ ਅਸੀਂ ਇਸ ਗੱਲ ਦੇ ਹਿੱਤ 'ਚ ਹਾਂ ਕਿ ਮੈਂ ਜਿਵੇਂ ਹੁਣ ਕਿਹਾ, ਮੈਂ ਹੋਵਾਂ, ਕੈਪਟਨ ਹੋਵੇ ਜਾਂ ਕੋਈ ਹੋਰ ਹੋਣ, ਅਸੀਂ ਬੜੀ ਸਿਆਸਤ ਕਰ ਲਈ। ਮੈਂ ਇੱਕ ਇਲੈਕਸ਼ਨ ਲੜਨਾ ਨਹੀਂ ਸੀ ਚਾਹੁੰਦੀ, ਲੇਕਿਨ ਇਸ ਵਾਰ 2022 'ਚ ਮੈਂ ਨਹੀਂ ਸੀ ਲੜਨਾ ਚਾਹੁੰਦੀ। ਮੈਂ ਚਾਹੁੰਦੀ ਸੀ ਕਿ ਨੌਜਵਾਨਾਂ ਨੂੰ ਮੌਕਾ ਦਿਓ ਤਾਂ ਨੌਜਵਾਨ ਲੜਨ, ਲੇਕਿਨ ਮੇਰੀ ਹੋਰ ਕਿਸੇ ਨੂੰ ਨਹੀਂ ਲੜਾਇਆ ਗਿਆ। ਲੇਕਿਨ ਮੇਰੀ ਪਾਰਟੀ ਨੇ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ, ਆਰਡਰ ਕੀਤਾ ਕਿ ਤੂੰ ਆਪਣਾ ਇਲੈਕਸ਼ਨ ਲੜਨੀ ਹੈ, ਤੇ ਮੈਂ ਉਹਨਾਂ ਦਾ ਹੁਕਮ ਮੰਨਿਆ, ਨਾ ਚਾਹੁੰਦੇ ਹੋਏ ਵੀ ਮੰਨਿਆ। ਸੋ ਮੈਂ ਸਮਝਦੀ ਹਾਂ ਕਿ ਹੁਣ ਵਕਤ ਆ ਗਿਆ, ਅਸੀਂ ਇੱਕ ਐਡਵਾਈਜ਼ਰੀ ਆਪਣੀ ਜ਼ਿੰਦਗੀਆਂ ਦੇ ਤਜਰਬੇ ਜਾਂ ਦੇਸ਼ ਜਾਂ ਹਿੱਤ ਪਾਰਟੀ ਦੇ ਵੱਡੇ ਮਾਮਲਿਆਂ 'ਚ ਆਪਣੇ ਤਜਰਬਿਆਂ ਤੋਂ ਲੋਕਾਂ ਨੂੰ ਕੁਝ ਦੱਸੀਏ, ਸਮਝਾਈਏ ਤੇ ਹੈਲਪ ਕਰੀਏ ਉਹਨਾਂ ਦੀ, ਜਿਵੇਂ ਗਾਰਡੀਅਨ ਹੁੰਦੇ ਨੇ। ਤੇ ਹੱਥ ਸਾਡੀ ਪਾਵਰ ਨੌਜਵਾਨਾਂ ਹੱਥਾਂ ਵਿੱਚ ਆਵੇ। ਲੇਕਿਨ ਇਹਦੇ ਨਾਲ ਮੈਂ ਇਹ ਵੀ ਚਾਹੁੰਦੀ ਹੈਗੀ ਆ ਕਿ ਅਜੇ ਨੌਜਵਾਨਾਂ ਨੂੰ ਐਕਸਪੀਰੀਅੰਸ ਸਿੱਖਣ ਦਾ, ਤਜਰਬੇ ਦੀ ਜ਼ਰੂਰਤ ਹੈਗੀ ਹੈ। ਹਰ ਜੇ ਆਈਐਸ ਜਾਂ ਕਿਸੇ ਅਫਸਰ ਵਿੱਚ ਲੱਗਦਾ ਉਹਨਾਂ ਨੂੰ ਪ੍ਰੋਬੇਸ਼ਨ 'ਤੇ ਭੇਜਦੇ ਆ। ਇਸ ਕਰਕੇ ਵਿਦ ਦਿਸ ਕੰਬੀਨੇਸ਼ਨ ਕਿ ਯੰਗਸਟਰ ਪਲੱਸ ਓਲਡੀ, ਉਹਨਾਂ ਦਾ ਕੰਬੀਨੇਸ਼ਨ ਬਣਾ ਕੇ ਲਿਆਂਦਾ ਜਾਊਗਾ। ਇਹ ਪਾਰਟੀ ਦੇ ਹਿੱਤ ਵਿੱਚ ਹੋਊ। ਇਹ ਰਾਏ ਮੈਂ ਪਹਿਲਾਂ ਵੀ ਦਿੱਤੀ ਸੀ। ਸੋ ਜੇ ਇਸ ਦੇ ਉੱਤੇ ਚੱਲਣਗੇ ਤਾਂ ਸਾਡਾ ਫਾਇਦਾ ਹੋਣਾ। ਦੂਜੀ ਗੱਲ ਰਹੀ ਡਿਸਪਲਿਨ ਦੀ, ਇਹ ਹੁਣ ਸਖਤੀ ਨਾਲ ਲਾਗੂ ਕਰਨੇ ਪੈਣੇ ਆ। ਇਹ ਕਾਂਗਰਸ ਪਾਰਟੀ ਹੈ। ਕਾਂਗਰਸ ਪਾਰਟੀ ਵਿੱਚ ਸਾਡੇ ਨਹਿਰੂ ਜੀ ਵੀ ਕਹਿੰਦੇ ਸੀ, ਸਾਡੇ ਗਾਂਧੀ ਜੀ ਵੀ ਕਹਿੰਦੇ ਸੀ ਕਿ 5 ਰਹਿ ਜਾਏ ਪਰ ਕਮਿਟਡ ਹੋ, ਪੱਕੇ ਹੋ। ਇਸ ਕਰਕੇ ਹੁਣ ਇਹ ਜਿਹੜੀ ਅਪਰਚੂਨਿਸਟ ਸੋਚ ਵਾਲੇ ਲੋਕ ਜਾਂ ਕਿਸ ਤਰ੍ਹਾਂ ਦੀਆਂ ਹੋਰ ਚੀਜ਼ਾਂ ਨੂੰ ਕਮਰਸ਼ਲਾਈਜ਼ ਦੇ ਪੱਖ ਤੋਂ ਸੋਚਣ ਵਾਲੇ ਲੋਕ ਛੱਡ ਕੇ ਨਿਰੋਲ ਜਿਹੜੇ ਆਪਣੇ
ਪਾਰਟੀ ਕਾਂਗਰਸ ਲੋਕ ਹਿੱਤ ਆਪਣੇ ਆਪ ਦੀ ਕੁਰਬਾਨੀ ਕਰਕੇ ਲੋਕ ਹਿੱਤ ਲਈ ਮੈਂ ਲੋਕਾਂ ਲਈ ਮੈਂ ਪੰਜਾਬ ਲਈ ਕੀ ਕਰ ਸਕਦਾ ਦੇਸ਼ ਲਈ ਕਰ ਸਕਦਾ ਉਹ ਭਾਵਨਾ ਲਿਆਉਣ ਦੀ ਜ਼ਰੂਰਤ ਪਊ ਇਹਨੂੰ ਕਰਨਾ ਪੈਣਾ ਅਸੀਂ ਡੱਪ ਕੇ ਆਪਣੀ ਰਾਏ ਦੇਵਾਂਗੇ ਇਹਦੇ ਵਿੱਚ। ਬੀਬੀ ਤੁਸੀਂ ਹੁਣੀ ਗੱਲ ਕੀਤੀ ਬੜੀ ਚੰਗੀ ਲੱਗੀ ਸਾਨੂੰ ਕਿ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਤੁਸੀਂ ਉਸ ਸਮੇਂ ਦੇ ਲੀਡਰ ਹੋ ਜਿਹੜੇ ਜਿਨ੍ਹਾਂ ਦੇ ਜਵਾਕ ਜਿਹੜੇ ਨੇ ਇਸ ਵੇਲੇ ਐਮਪੀ ਐਮਐਲਏ ਬਣ ਚੁੱਕੇ ਨੇ ਪਰ ਤੁਹਾਡੇ ਪੁੱਤਰ ਨੂੰ ਹਲੇ ਤੱਕ ਮੌਕਾ ਨਹੀਂ ਮਿਲਿਆ ਟਿਕਟ ਨਹੀਂ ਮਿਲੀ ਕੀ ਕਾਰਨ ਮੰਨਦੇ ਹੋ? ਦੇਖੋ ਮੇਰੇ ਟੱਬਰ ਦੀ ਟ੍ਰੈਡੀਸ਼ਨਸ ਵੱਖਰੀਆਂ ਨੇ ਜਦੋਂ ਮੈਂ ਸੀਐਮ ਸੀ ਮੈਨੂੰ ਸਾਰੇ ਕਹਿੰਦੇ ਸੀ ਮੇਰਾ ਭਰਾ ਐਮਐਲਏ ਸੀ ਕਿ ਤੁਸੀਂ ਆਪਣੇ ਬੇਟੇ ਨੂੰ ਭਰਾ ਨੂੰ ਐਮਐਲਏ ਬਣਾ ਦਿਓ ਮੈਂ ਨਹੀਂ ਬਣਾਇਆ ਔਰ ਜਦੋਂ ਲੋਕੀ ਸਾਰੇ ਪ੍ਰੈਸ਼ਰ ਪਾਉਣ ਲੱਗੇ ਮੇਰਾ ਭਰਾ ਨਹੀਂ ਲੋਕੀ ਕਿ ਬਣਾਓ ਜੀ ਕਿਉਂ ਨਹੀਂ ਸਾਡਾ ਹੱਕ ਬਣਦਾ ਮੈਂ ਕਿਹਾ ਅਸੀਂ ਬਣਾ ਦਿੰਦੇ ਹਾਂ 4 ਵਜੇ ਉੱਥ ਚੱਕਣ ਵਾਸਤੇ ਪਹੁੰਚ ਜਾਓ ਰਾਜ ਭਵਨ ਤੇ 4:30 ਵਜੇ 4:15 ਵਜੇ ਮੈਂ ਸੀਐਮ ਚਿਪ ਤੋਂ ਰਿਜ਼ਾਈਨ ਦੇਵਾਂਗੀ ਇਸੇ ਤਰ੍ਹਾਂ ਨਾਲ ਮੈਂ ਪ੍ਰਧਾਨ ਬਣੀ ਤੇ ਉਸ ਵਕਤ ਵੀ ਸਾਰੇ ਸਾਡੇ ਗੁਰਚਰਨ ਸਿੰਘ ਦੜਬਾ ਵੀ ਜਾਉਂਦਾ ਹੋਰ ਧਰਵੰਤ ਧੂਰੀ ਵਾਲਾ ਇਹ ਕਹਿੰਦੇ ਸੀ ਪ੍ਰਧਾਨ ਤੁਹਾਡੇ ਭਰਾ ਨੂੰ ਬਣਾ ਦਿਓ ਇਹ ਤੇ ਰੌਲਾ ਮਿਟ ਜੂਗਾ ਮੈਂ ਕਿਹਾ ਸੀ ਉਦੋਂ ਹੀ ਮੈਂ ਪ੍ਰਧਾਨਗੀ ਛੱਡ ਦੂੰਗੀ ਇਹਨੂੰ ਮੈਂ ਜ਼ਿਲ੍ਹੇ ਦੀ ਪ੍ਰਧਾਨਗੀ ਦਿੰਦੀ ਮੈਂ ਪ੍ਰਦੇਸ਼ ਦੀ ਪ੍ਰਧਾਨਗੀ ਛੱਡ ਦੂੰਗੀ ਮੈਂ ਆਪਣੇ ਸਮੇਂ 'ਚ ਕੋਈ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਜਦੋਂ ਮੇਰਾ ਭਰਾ ਨੂੰ ਐਮਐਲਏ ਬਣਾਇਆ ਗਿਆ ਬੇਅੰਤ ਸਿੰਘ ਜੀ ਨੇ 92 'ਚ ਕਿਹਾ ਮੈਂ ਕਿਹਾ ਸੀ ਜੀ ਮੇਰੀ ਫੈਮਿਲੀ 'ਚ ਇੱਕੋ ਇਲੈਕਸ਼ਨ ਲੜੂਗਾ ਤੇ ਉਹਨਾਂ ਨੇ ਉਸ ਵਕਤ ਕਿਹਾ ਕਿ ਅੱਜ ਉਂਗਲਾ ਵੱਢ ਦਿਆਂਗੇ ਅੱਤਵਾਦ ਦਾ ਪ੍ਰੈਸ਼ਰ ਹੈ ਸਾਨੂੰ ਉਮੀਦਵਾਰ ਨਹੀਂ ਮਿਲਦੇ ਤੁਹਾਡੇ ਟੱਬਰ ਕੁਰਬਾਨੀਆਂ ਕੀਤੀਆਂ ਕੁਰਬਾਨੀ ਲਈ ਉਸ ਤਰੀਕੇ ਨਾਲ ਆਏ ਸੀ ਮੈਂ ਜਿੰਨੇ ਮਹਿਕਮੇ ਚਲਾਏ 17 ਜਾਂ 18 ਉਹਨਾਂ 'ਚੋਂ ਬਹੁਤ ਸਾਰੇ ਲੋਕਾਂ ਨੇ ਆਪਣੇ ਮਹਿਕਮਿਆਂ 'ਚੋਂ ਆਪਣੇ ਬਿਜ਼ਨਸ ਕਾਰੋਬਾਰ ਆਪਣੇ ਬੱਚਿਆਂ ਨੂੰ ਦੇ ਦਿੱਤੇ ਮੇਰੇ ਵੱਲ ਜੇ ਇੱਕ ਵੀ ਮੇਰੇ ਡਿਪਾਰਟਮੈਂਟ 'ਚੋਂ ਮੈਂ ਆਪਣੇ ਫੈਮਿਲੀ ਮੈਂਬਰ ਨੂੰ ਜਾਂ ਆਪਣੇ ਪੁੱਤ ਧੀਆਂ ਨੂੰ ਕਿਸੇ ਨੂੰ ਕੋਈ ਬੈਨੀਫਿਟ ਦਿੱਤਾ ਹੋਵੇ ਕਾਰੋਬਾਰ ਚਲਾਇਆ ਹੋਵੇ ਉਹ ਨਹੀਂ ਹੈਗਾ ਇਸੇ ਲਈ ਮੈਂ ਸਮਝਦੀ ਸੀ ਕਿ ਇਸ ਵਾਰ ਮੈਂ ਨਹੀਂ ਲੜਨੀ ਇਲੈਕਸ਼ਨ ਤਾਂ ਹੁਣ ਇਸ ਤੋਂ ਬਾਅਦ ਮੇਰਾ ਬੇਟਾ ਜੇ ਇਹ ਅੱਤਵਾਦ ਦੇ ਸਮੇਂ 'ਚ ਕਾਲੇ ਕੱਪੜੇ ਕਮਾਂਡੋ ਦੇ ਪਾ ਕੇ ਇਹਨੇ ਆਪਣੀ ਪਾਰਟੀ ਦਾ ਵਿੱਚ ਫਰਜ਼ ਪੂਰਾ ਕੰਟਰੀਬਿਊਟ ਕੀਤਾ ਜੇ ਮੇਰੀ ਬੇਟੀ 3.5 ਸਾਲ ਦੀ ਇੰਦਰਾ ਜੀ ਨਾਲ ਜੋ ਇਨਜਸਟਿਸ ਹੋਇਆ ਸੀ ਉਸ ਵਕਤ ਜੇਲ੍ਹ ਵਿੱਚ ਗਈ ਹੈ ਤਾਂ ਅੱਜ ਇਹਨਾਂ ਦੇ ਬੱਚਿਆਂ ਨੇ ਮੁੜ ਕੇ ਸਿਆਸਤ ਵਿੱਚ ਰਹਿਣਾ ਸਿਆਸਤ ਵਿੱਚ ਕੀਤਾ ਐਨਐਸਯੂਆਂ 'ਚ ਕੰਮ ਕੀਤਾ ਤਾਂ ਮੈਨੂੰ ਬਾਹਰ ਹੋਣਾ ਚਾਹੀਦਾ ਫਿਰ ਉਸ ਤੋਂ ਬਾਅਦ ਇਹ ਨਵੀਂ ਪੀੜ੍ਹੀ ਆਵੇ ਇਸ ਕਰਕੇ ਮੈਂ ਲੜਨਾ ਨਹੀਂ ਚਾਹੁੰਦੀ ਕਿ ਜੇ ਕੈਪੇਬਲ ਹੈ ਮੇਰਾ ਬੇਟਾ ਮੇਰੇ ਬੇਟੇ ਨੂੰ ਦਿਓ ਜੇ ਕੋਈ ਹੋਰ ਕੈਪੇਬਲ ਹੈ ਉਹਨਾਂ ਨੂੰ ਦਿਓ ਮੈਂ ਇਲੈਕਸ਼ਨ ਇਸ ਵਾਰ ਨਹੀਂ ਲੜਨਾ ਲੇਕਿਨ ਚਲੋ ਹੁਣ ਮੈਂ ਸਿਆਸਤ ਤੋਂ ਇਸ ਤੋਂ ਬਾਅਦ ਮੈਂ ਐਕਟਿਵ ਪੋਲਿਟਿਕਸ ਦੇ ਵਿੱਚ ਜਿਹੜੀ ਹੈਗੀ ਹੈ ਮੈਂ ਨਹੀਂ ਆਪਣੀ ਪਾਰਟੀ ਵਿੱਚ ਐਕਟਿਵ ਉਸ ਤਰ੍ਹਾਂ ਰਹਿਣਾ ਕਿ ਜਦ ਤੱਕ ਮੇਰੇ ਸਾਥ ਸਾਹਿਬ ਆਪਣੀ ਪਾਰਟੀ ਲਈ ਜਿੱਥੇ ਹੀ ਫਾਇਦਾ ਹੋ ਸਕਦਾ ਜਿੱਥੇ ਮੇਰੀ ਯੂਟੀਲਾਈਜੇਸ਼ਨ ਨਾਲ ਪਾਰਟੀ ਨੂੰ ਲੋੜ ਪਵੇ ਜ਼ਰੂਰਤ ਪਵੇ ਮੈਂ ਉੱਥੇ ਮਦਦ ਕਰੂੰਗੀ ਪਰ ਮੈਂ ਕੋਈ ਬਹੁਤੀ ਐਕਟਿਵ ਉਹਦੇ ਇਲੈਕਸ਼ਨਾਂ ਲੜਨੀਆਂ ਇਹਦੇ ਤੋਂ ਮੇਰਾ ਇਹ ਆਖਰੀ ਇਲੈਕਸ਼ਨ ਹੋ ਗਈ ਹੈ ਨਹੀਂ ਸੀ ਜੀ ਤੇ ਬੀਬੀ ਜੇਕਰ ਗੱਲ ਕਰੀਏ ਸਾਨੂੰ ਯਾਦ ਹੈ ਇੱਕ ਸਮਾਂ ਸੀ ਜਦੋਂ ਤੁਸੀਂ ਐਮਐਲਏ ਸੀਗੇ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਵੱਲੋਂ ਤੁਹਾਡੇ ਤੇ ਐਫਆਈਆਰ ਕਰਵਾਈ ਗਈ ਸੀਗੀ ਕੀ ਕਾਰਨ ਮੰਨਦੇ ਹੋ ਕੋਈ ਮਨ 'ਚ ਮਲਾਲ ਹੈਗਾ ਹੁਣ ਤੱਕ ਵੀ ਮੌਜੂਦਾ ਤੁਸੀਂ ਐਮਐਲਏ ਹੋ ਤੇ ਤੁਹਾਡੇ ਤੇ ਤੁਹਾਡੀ ਸਰਕਾਰ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਵੱਲੋਂ ਐਫਆਈਆਰ ਕਰਵਾਈ ਗਈ ਹੋਵੇ ਸਾਰੇ ਲੋਕਾਂ ਨੇ ਦੇਖਿਆ ਔਰ ਮੈਂ ਹੀ ਨਹੀਂ ਕਹਿੰਦੀ ਮੇਰੇ ਇਸ ਕੇਸ ਦੀ ਜਿਹੜੀ ਹੈਗੀ ਹੈ ਪੂਰੀ ਮੋਹਰ ਕੈਪਟਨ ਅਮਰਿੰਦਰ ਸਿੰਘ ਦੇ ਉਸ ਵੇਲੇ ਦੇ ਡਿਪਟੀ ਪ੍ਰਿੰਸੀਪਲ ਸੈਕਟਰੀ ਜਿਨ੍ਹਾਂ ਦਾ ਰਾਜੇਸ਼ ਅਹੀਰ ਹੈ ਸ਼ਾਇਦ ਨਾਮ ਉਹਨਾਂ ਨੇ ਆਪਣੇ ਟੀਵੀ 'ਚ ਦੱਸਿਆ ਕਿ ਕਿਸ ਤਰ੍ਹਾਂ ਮਿਸਿਸ ਭੱਠਲ ਨੂੰ ਫਸਾਉਣ ਲਈ ਕਿ ਮੇਰੇ ਰਾਹ 'ਚ ਭੱਠਲ ਰੋੜਾ ਹੈਗੀ ਹੈ ਤੇ ਝੂਠਾ ਕੇਸ ਬਣਾ ਕੇ ਇਹਨਾਂ ਨੂੰ ਉੱਤੇ ਇੰਨੇ ਪੈਸੇ 3 ਕਰੋੜ ਰੁਪਈਆ ਖਰਚ ਕਰਕੇ ਝੂਠੇ ਵਕੀਲਾਂ ਨੂੰ ਜੱਜਾਂ ਨੂੰ ਹੋਰਾਂ ਨੂੰ ਉਹਨੇ ਖੁਦ ਕਿਹਾ ਸਾਰਾ ਕੁਝ ਮੇਰੇ ਕੋਲ ਪਈ ਆ ਸਾਰੀ ਉਹਨਾਂ ਦੀ ਰਿਕਾਰਡਿੰਗ ਤੇ ਉਸ ਤਰ੍ਹਾਂ ਮੈਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਰੱਬ ਦੇ ਘਰ ਇਨਸਾਫ ਹੈਗਾ ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ 2017 ਤੋਂ ਬਾਅਦ ਤੁਸੀਂ ਡਟ ਕੇ ਸਾਥ ਦਿੱਤਾ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਕਿ ਮਨ 'ਚ ਕੋਈ ਮਲਾਲ ਹੈਗਾ ਕਿ ਕਿਉਂ ਉਹਨਾਂ ਤੋਂ ਬਦਲਾ ਨਹੀਂ ਲੈਣ ਦੀ ਕੋਸ਼ਿਸ਼ ਕੀਤੀ ਬਦਲੇ ਵਾਲੀ ਭਾਵਨਾ ਸਾਡੇ 'ਚ ਹੈ ਨਹੀਂ ਅਸੀਂ ਰੱਬ ਤੇ ਛੱਡਦੇ ਹਾਂ ਮੈਂ ਹਮੇਸ਼ਾ ਕਿਹਾ ਕਿ ਉਹਨਾਂ ਨੂੰ ਸੁਣਾਇਆ ਜ਼ਰੂਰ ਹੈ ਮੇਰੇ ਕੋਲ ਇੱਕ ਵਾਰ ਉਹ ਰੱਖੜੀ ਬਣਾਉਣ ਆਏ ਸੀ ਕੈਪਟਨ ਅਮਰਿੰਦਰ ਸਿੰਘ ਬਤੌਰ ਸੀਐਮ ਤੇ ਉਸ ਵੇਲੇ ਮੇਰੇ ਖਿਆਲ 2002 ਤੋਂ 7 ਤੱਕ ਦੀ ਜਿਹੜੀ ਚੀਫ ਮਿਨਿਸਟਰ ਸਰਕਾਰ ਸੀ ਸਾਡੀ ਤੇ ਮੈਂ ਰੱਖੜੀ ਨਹੀਂ ਸੀ ਬੰਨੀ ਮੈਂ ਉੱਥੇ ਕਹਿਤਾ ਕਿ ਨਹੀਂ ਮੈਂ ਤੁਹਾਨੂੰ ਭਰਾ ਤੁਸੀਂ ਮੈਨੂੰ ਕਿਹਾ ਭੈਣ ਤੇ ਭਰਾ ਮੈਂ ਰਿਸ਼ਤਾ ਤੁਹਾਡੇ ਕਹਿਣ ਤੁਹਾਨੂੰ ਮੰਨ ਲਿਆ ਪਰ ਤੁਸੀਂ ਉਸ ਵਿੱਚ ਮਿੰਗਣਾ ਘੋਲ ਗਏ ਉਸ ਰਿਸ਼ਤੇ ਦੇ ਵਿੱਚ ਤੁਸੀਂ ਉਹਦੀ ਪਵਿੱਤਰਤਾ ਖਤਮ ਕੀਤੀ ਹੈ ਤੁਸੀਂ ਉੱਥੇ ਰਵੰਜਿਸ਼ ਦੁਸ਼ਮਣ ਵਾਲਾ ਵਰਤਾਓ ਕੀਤਾ ਹੈ ਤੇ ਇਸ ਕਰਕੇ ਮੈਂ ਰਾਜਨੀਤੀ 'ਚ ਹਾਂ ਮੇਰੇ ਮਨ 'ਚ ਕੋਈ ਮੈਲ ਨਹੀਂ ਮੈਂ ਪਾਰਟੀ ਛੋੜ ਕਰਕੇ ਤੁਹਾਡੀ ਸਪੋਰਟ ਵੀ ਕਰ ਰਹੀ ਹਾਂ ਤੁਹਾਡੇ ਨਾਲ ਵੀ ਖੜੀ ਹਾਂ ਪਰ ਤੁਸੀਂ ਜਿਹੜਾ ਇੱਕ ਰਿਸ਼ਤਾ ਭੈਣ ਦੀ ਇੱਕ ਰੱਖੜੀ ਬਣਾਉਣਾ ਆਏ ਹੋ ਮੈਂ ਉਸ ਧਾਗੇ ਨੂੰ ਦਾਗਦਾਰ ਨਹੀਂ ਕਰਨਾ ਚਾਹੁੰਦੀ ਮੈਂ ਰੱਖੜੀ ਨਹੀਂ ਬੰਨੂ ਸਾਰੇ ਮੀਡੀਆ ਨੇ ਦੇਖਿਆ ਡੀਜੀਪੀ ਬਿਰਕ ਸੀਗਾ ਸੋਢੀ ਵੀ ਨਾਲ ਆਇਆ ਸੀ ਕੈਪਟਨ ਸੀ ਮੇਰੇ ਘਰ ਘੰਟਾ 1.5 ਘੰਟਾ ਬੈਠੇ ਰਹੇ ਨੇ ਮੈਂ ਮੇਰੀ ਤਾਂ ਰੱਖੜੀ ਨਹੀਂ ਮੈਂ ਤਾਂ ਰੱਖੜੀ ਨਹੀਂ ਬੰਨੀ ਖਾਲੀ ਮੋੜ ਔਰ ਬਲਕਿ ਉਹ ਕਹਿਣ ਲੱਗੇ ਕਿ ਚਲੋ ਉੱਠਣਾ ਹੀ ਸੀਗਾ ਕਿ ਚਲੋ ਤੁਸੀਂ ਮੂੰਹ 'ਚ ਮਾੜਾ ਜਿਹਾ ਮਿੱਠਾ ਪਾ ਦਿਓ ਮੈਂ ਕਿਹਾ ਜੀ ਮੇਰਾ ਜਦੋਂ ਆਪਣੇ ਤੌਰ ਤੇ ਮੈਂ ਤਾਂ ਭਰਾ ਮੰਨਦੀਆਂ ਨਹੀਂ ਚਾਹੇ ਮੈਨੂੰ ਭੈਣ ਨਹੀਂ ਮੰਨਿਆ ਪਰ ਮੈਂ ਸ਼ੂਗਰ ਦੇ ਮਰੀਜ਼ ਆ ਮੈਂ ਮਿੱਠਾ ਕਿਉਂ ਦੇਵਾਂ ਨਮਕੀਨ ਪਿਆ ਖਾ ਲੈਣ ਮਤਲਬ ਅੜਬ ਸੁਭਾਅ ਜਿਹੜਾ ਹੈ ਮੈਂ ਮਤਲਬ ਆਪਣੇ ਥਾਂ ਤੇ ਜੋ ਕੁਝ ਮੇਰੇ ਨਾਲ ਉਹਨਾਂ ਨੇ ਇਨਜਸਟਿਸ ਕੀਤਾ ਉਹ ਤਾਂ ਰੋਸਾ ਜ਼ਰੂਰ ਦਿਖਾਇਆ ਬਦਲਾ ਨਹੀਂ ਲਿਆ ਹਾਂ ਰੱਬ ਤੇ ਛੱਡਿਆ ਹੋਇਆ ਤਾਂ ਬੀਬੀ ਜੀ ਇੱਕ ਹੋਰ ਸਵਾਲ ਹੈ ਸਾਡੇ ਕੋਲ ਤੁਹਾਡੇ ਫਾਦਰ ਜਿਹੜੇ ਨੇ ਬਾਬਾ ਹੀਰਾ ਸਿੰਘ ਭੱਠਲ ਫਰੀडम ਫਾਈਟਰ ਰਹੇ ਨੇ ਕੋਈ ਇੱਕ ਯਾਦਗਾਰ ਸਾਡੇ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰੇ ਉਹਨਾਂ ਨਾਲ ਜਿਹੜੀ ਤੁਹਾਨੂੰ ਅੱਜ ਤੱਕ ਯਾਦ ਹੋਵੇ ਮੈਨੂੰ ਮੇਰੇ ਫਾਦਰ ਨੇ ਇੱਕੋ ਜਦੋਂ ਮੈਂ ਬਣੀ ਹੈਗੀ ਆ ਰਾਜਨੀਤੀ 'ਚ ਲੈ ਕੇ ਆਏ ਨੇ
ਉਹਨਾਂ ਨੇ ਇਹੀ ਕਿਹਾ ਸੀ ਕਿ ਬੇਟਾ ਆ ਮੈਂ ਚਿੱਟੇ ਕੱਪੜੇ ਪਹਿਨਦੇ ਸੀ ਮੇਰੇ ਫਾਦਰ ਜੀ ਇਹਨਾਂ ਦੇ ਉੱਤੇ ਕੋਈ ਦਾਗ ਨਾ ਲੱਗਣ ਦੇ। ਜੀ ਇਹੀ ਕਾਰਨ ਕਿ ਮੁੱਖ ਮੰਤਰੀ ਰਹਿ ਕੇ ਲੋਕ ਐਮਐਲਏ ਰਹਿ ਕੇ ਹਜ਼ਾਰਾਂ ਕਰੋੜਾਂ ਦੀ ਪ੍ਰਾਪਰਟੀਆਂ ਬਣਾ ਲੈਂਦੇ ਨੇ। ਬਿਲਕੁਲ। ਅੱਜ ਮੈਂ ਉਸ ਵਕਤ ਕੈਪਟਨ ਜਦੋਂ ਮੇਰਾ ਮੁੱਖ ਵਿਰੋਧੀ ਸੀ ਮੇਰੇ ਤੇ ਕੇਸਾਂ ਨੂੰ ਬਣਾਉਣ ਦੀ ਗੱਲ ਕਰਦਾ ਸੀ, ਜੀ ਮੈਂ ਉਦੋਂ ਵੀ ਚੈਲੰਜ ਕੀਤਾ ਸੀ ਕਿ ਦੇਸ਼ ਜਾਂ ਵਿਦੇਸ਼ 'ਚ ਕਿਸੇ ਵੀ ਥਾਂ ਤੇ ਮੈਂ ਇੱਕ ਪੈਸੇ ਦਾ ਕੁਝ ਬਣਾਇਆ ਹੋਵੇ ਜੀ ਤਾਂ ਮੇਰਾ ਖੁੱਲ੍ਹਾ ਚੈਲੰਜ ਹੈ ਤੁਹਾਨੂੰ। ਜੀ ਇਹ ਕਾਰਨ ਕਰਕੇ ਮੈਂ ਉਸ ਗੱਲ ਨੂੰ ਸਾਬਤ ਰੱਖਿਆ, ਆਪਣੇ ਪਿਤਾ ਜੀ ਨੂੰ ਕਿਹਾ ਕਿ ਜੀ ਤੇ ਦੂਜੇ ਪਾਸੇ ਮੇਰੇ ਪਿਤਾ ਨੇ ਕਿਹਾ ਸੀ ਕਿ ਬੇਟਾ ਪਾਰਟੀ ਜਿਸ ਤਰ੍ਹਾਂ ਖੜ ਗਈਆਂ ਜੀ ਜਿੱਦਾਂ ਲੋਕਾਂ ਲਈ ਖੜ ਗਈਆਂ, ਸੇਵਾ ਨੂੰ ਮੁੱਖ ਮੁੱਦਾ ਰੱਖੀ। ਸੇਵਾ ਉਹ ਮੈਂ ਸੇਵਾ ਨੂੰ ਮੁੱਖ ਮੁੱਦਾ ਰੱਖਿਆ। ਕਿੰਨੇ ਵੀ ਤੈਨੂੰ ਕਸ਼ਟ ਆ ਜਾਣ, ਕੁਛ ਆ ਜਾਣ, ਤੇ ਤੂੰ ਆਪਣੀ ਸੱਚਾਈ ਤੋਂ ਪਿੱਛੇ ਨਹੀਂ ਹਟਣਾ, ਤੂੰ ਇਕੱਲੀ ਰਹਿ ਜਾਵੇਂ, ਜੀ ਤੰਗੀਆਂ 'ਚ ਆ ਜਾਏ, ਪਰੇਸ਼ਾਨੀਆਂ 'ਚ ਆ ਜਾਏ, ਤੂੰ ਜਿਹੜਾ ਕੋਈ ਸਟੈਂਡ ਲਿਆ ਹੈ, ਸਹੀ ਸਟੈਂਡ ਲਿਆ ਹੈਗਾ, ਜੀ। ਉਸ ਤੇ ਕਾਇਮ ਨਹੀਂ। ਜੀ ਉਹ ਮੇਰੇ ਬਾਪ ਦੀਆਂ ਯਾਦਾਂ ਨੇ। ਤੇ ਆਖਰ ਤੇ ਬਸ ਇਹੀ ਚਾਹੁੰਦੇ ਸੀ ਕਿ ਮੈਂ ਆਪਣੀ ਬੇਟੀ ਜਦੋਂ ਮੇਰੇ ਨਾਲ ਕਾਰ 'ਚ ਬੈਠੇ ਆ ਮਿਨਿਸਟਰ ਬਣ ਕੇ ਪਹਿਲੀ ਵਾਰ ਉੱਥੋਂ ਆਏ ਹੈਗੇ ਨੇ, ਜੀ ਕਿ ਅੱਜ ਜਿਹੜੀ ਮੈਂ ਸਮਝਦਾ ਸੀ ਕਿ ਦੇਸ਼ ਭਗਤਾਂ ਤੋਂ ਬਾਅਦ ਅਸੀਂ ਖਾਨੀ ਜਿਉਂਦੇ ਹੋਵਾਂਗੇ ਕਿ ਨਾ ਆਜ਼ਾਦੀ ਤੋਂ ਬਾਅਦ, ਜੀ ਅੱਜ ਮੈਂ ਆਪਣੀ ਬੇਟੀ ਨੂੰ ਇੱਕ ਮੰਤਰੀ ਦੇਖਣਾ ਚਾਹੁੰਦਾ। ਜੀ ਉਹ ਦੇਖਣਾ ਚਾਹੁੰਦਾ ਸੀ ਤੇ ਉਹ ਬਣੀ ਹੋਈ ਹੈ। ਜੀ। ਤੇ ਇੱਕ ਮੈਂ ਆਪਣੀ ਬੇਟੀ ਨੂੰ ਇੱਕ ਵਕੀਲ, ਇੱਕ ਨੂੰ ਵਜ਼ੀਰ, ਇੱਕ ਨੂੰ ਵਕੀਲ। ਇੱਕ ਨੂੰ ਵਜ਼ੀਰ। ਮੇਰੀ ਛੋਟੀ ਭੈਣ ਵਕੀਲ ਬਣ ਗਈ ਸੀ। ਜੀ। ਸੋ ਉਹ ਮੇਰੇ ਫਾਦਰ ਦੀ ਸੈਟੀਸਫੈਕਸ਼ਨ ਵਾਲਾ ਚਿਹਰਾ ਚਿਹਰਾ। ਉਹ ਮੈਨੂੰ ਅੱਜ ਵੀ ਯਾਦ ਹੈ। ਬਿਲਕੁਲ ਬਿਲਕੁਲ। ਤੇ ਜੇਕਰ ਗੱਲ ਕਰੀਏ ਸੀਐਮ ਚੰਨੀ ਹੋਰਾਂ ਦੇ 111 ਦਿਨ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ? ਬਹੁਤ ਵਧੀਆ, ਲੋਕਾਂ ਦੇ ਮਨ ਤੇ ਛਾਪ ਛੱਡਣ ਵਾਲਾ, ਔਰ ਪੂਰੇ ਤੌਰ ਤੇ ਜੋ ਕਿਹਾ ਉਸ ਤੋਂ ਵੀ ਵੱਧ ਪੂਰਾ ਕਰਕੇ ਦਿਖਾਉਣ ਵਾਲਾ, ਜੀ। ਲੋਕਾਂ ਦੇ ਮਨਾਂ ਨੂੰ ਜਿੱਤਣ ਵਾਲਾ ਫੈਸਲਾ ਸੀ। ਜੀ। ਬੜਾ ਅੱਛਾ ਸੀਗਾ। ਉਹ ਇੱਕ ਟ੍ਰੇਲਰ ਸੀ, ਉਹਦੀ ਪੂਰੀ ਲੋਕ ਫਿਲਮ ਦੇਖਣਾ ਚਾਹੁੰਦੇ ਆ ਸਾਨੂੰ ਦੁਆਰਾ ਰਾਜ ਪਾਕ ਦੇ ਕੇ। ਜੀ ਤੇ ਜੇਕਰ ਗੱਲ ਕਰੀਏ ਨਵਜੋਤ ਸਿੱਧੂ ਜੋ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਨੇ, ਅਕਸਰ ਜਿਹੜੇ ਨੇ ਗੁੱਸੇ ਦੇ ਵਿੱਚ ਰਹਿੰਦੇ ਨੇ, ਤਾਂ ਉਹਨਾਂ ਦੀ ਪੰਜਾਬ ਪ੍ਰਧਾਨਗੀ ਨੂੰ ਕਿਵੇਂ ਦੇਖਦੇ ਹੋ? ਨਹੀਂ, ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੀ। ਆਪੋ ਆਪਣੇ ਸੁਭਾਅ ਹੁੰਦੇ ਆ, ਆਪੋ ਆਪਣੇ ਇੰਡੀਵਿਜੂਅਲ, ਸਾਡੇ ਸਾਰੇ ਬੱਚੇ ਨੇ ਜੀ। ਤੇ ਕਿਸੇ ਨੂੰ ਕਿਸੇ ਗੱਲ ਦੀ ਆਪਣੇ ਐਂਗਲ ਤੋਂ ਸੋਚਦੇ, ਹੋਰ ਤੋਂ ਸੋਚਦੇ ਆ। ਮੈਂ ਤੇ ਕੋਈ ਕਮੈਂਟ ਨਹੀਂ ਕਰਨਾ। ਚਲੋ ਆਖਰੀ ਸਵਾਲ ਲੈ ਲੈਂਦੇ ਹਾਂ ਬੀਬੀ ਜੀ, ਜਿਵੇਂ ਤੁਸੀਂ ਭਰੋਸਾ ਜਤਾਇਆ ਕਿ ਕਾਂਗਰਸ ਦੀ ਸਰਕਾਰ ਬਣਨ ਜਾ ਰਹੀ ਹੈ, ਤਾਂ ਕੀ ਐਕਸਪੈਕਟ ਕਰਦੇ ਹੋ ਕਿ ਜੇਕਰ ਸੀਐਮ ਚੰਨੀ ਮੁੱਖ ਮੰਤਰੀ ਬਣਦੇ ਨੇ, ਕਾਂਗਰਸ ਦੀ ਸਰਕਾਰ ਬਣਦੀ ਹੈ, ਤੁਸੀਂ ਕੀ ਐਕਸਪੈਕਟ ਕਰਦੇ ਹੋ? ਤੁਹਾਨੂੰ ਜਾਂ ਤੁਹਾਡੇ ਪਰਿਵਾਰ ਨੂੰ ਕੀ ਮਿਲਣਾ ਚਾਹੀਦਾ? ਨਹੀਂ, ਮੈਂ ਆਪਣੇ ਪਰਿਵਾਰ ਲਈ ਨਾ ਕੁਝ ਮੰਗਿਆ। ਜੀ। ਮੈਂ ਚਾਹੁੰਦੀ ਹਾਂ ਕਿ ਪੰਜਾਬ ਨੂੰ ਅਮਨ ਸ਼ਾਂਤੀ ਮਿਲੇ, ਜੀ। ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ, ਜੀ। ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਆਪਣੇ ਵਰਗ ਹੈਗੇ ਨੇ, ਉਹਨਾਂ ਗਰੀਬ ਵਰਗ ਨੇ, ਕਿਸਾਨ ਵਰਗ ਨੇ, ਇਹਨਾਂ ਹਿੱਤਾਂ ਦਾ ਖਿਆਲ ਰੱਖਿਆ ਜਾਵੇ। ਜੀ। ਸਾਡੇ ਮੁਲਾਜ਼ਮਾਂ ਦੇ ਮਸਲੇ ਹੱਲ ਕੀਤੇ ਜਾਣ। ਮੈਂ ਜਿੱਥੇ ਰਹਿੰਦੀ ਹਾਂ ਲਹਿਰਾ ਗਾਗਾ, ਜੀ। ਉੱਥੇ ਜਿਹੜੀਆਂ ਚੀਜ਼ਾਂ ਅਧੂਰੀਆਂ ਰਹਿ ਗਈਆਂ, ਮੈਂ ਨਹੀਂ ਪੂਰੀਆਂ ਕਰ ਸਕੀ, ਜੀ। ਉਹ ਪੂਰੀਆਂ ਹੋਣ, ਔਰ ਪੰਜਾਬ ਦੇ ਜਿਵੇਂ ਹੈਗੇ ਕਿਸਾਨੀ, ਪਾਣੀ, ਖੇਤੀ, ਇਹਨਾਂ ਨੂੰ ਬਚਾਇਆ ਜਾ ਸਕੇ। ਜੀ ਤੇ ਬੀਬੀ ਤੁਸੀਂ ਲਹਿਰਾ ਗਾਗਾ ਦੀ ਗੱਲ ਕੀਤੀ ਤਾਂ ਸਾਨੂੰ ਯਾਦ ਆਇਆ 3 ਵਾਰ ਤੁਸੀਂ ਐਮਐਲਏ ਰਹੇ ਹੋ, ਜੇ ਮੈਂ ਗਲਤ ਨਾ ਹੋਵਾਂ ਲਹਿਰਾ ਤੋਂ। 5 ਵਾਰ ਤੁਸੀਂ ਐਮਐਲਏ ਰਹੇ ਹੋ ਲਹਿਰਾ ਤੋਂ। ਤਾਂ ਕੀ ਲੱਗਦਾ 2017 ਦੇ ਵਿੱਚ ਹਾਰ ਦਾ ਕਿਉਂ ਸਾਹਮਣਾ ਕਰਨਾ ਪਿਆ? ਕੀ ਮੁੱਖ ਕਾਰਨ ਸੀ? ਮੇਰਾ ਹਲਕਾ ਹਰਿਆਣੇ ਦੇ ਨਾਲ ਲੱਗਦਾ। ਹਰਿਆਣੇ ਦੇ 3 ਬਾਰਡਰਾਂ ਉੱਪਰ ਬਣਿਆ ਹੋਇਆ ਹੈ, ਜੀ ਟਹਾਣਾ, ਨਰਵਾਣਾ ਤੇ ਰਤੀਆ। ਜੀ ਉਹ ਸਾਰਿਆਂ ਦੇ ਕਾਰੋਬਾਰ, ਵਪਾਰ, ਆੜਤੀ ਸਾਰੇ ਹਰਿਆਣੇ ਨਾਲ ਹੁੰਦੇ ਨੇ। ਜੀ। ਹਰਿਆਣੇ ਦਾ ਜਿਸ ਤਰ੍ਹਾਂ ਡੇਰੇ ਦੀ ਮੈਂ ਗੱਲ ਕੀਤੀ ਹੈ, ਜੀ। ਇਹਦਾ ਭਾਵੇਂ ਪਟਿਆਲੇ ਤੋਂ ਲੈ ਕੇ ਫਿਰੋਜ਼ਪੁਰ ਤੱਕ ਖਿੱਤਾ ਇੱਕ ਲਾਈਨ ਹੈ ਜਿਹੜੀ ਨਾਲ ਲੱਗਦੀ ਹੈ ਹਰਿਆਣੇ ਦੇ। ਲੇਕਿਨ ਮੇਰਾ ਏਰੀਆ ਜਿਹੜਾ ਹੈਗਾ, ਮੇਰਾ 75% ਉਹ ਵਸਿਆ ਹੀ ਹਰਿਆਣੇ ਦੇ ਬਾਰਡਰਾਂ ਤੇ ਹੈ। ਜੀ। ਉੱਥੇ ਜ਼ਿਆਦਾਤਰ ਲੋਕ ਉੱਧਰ ਦੇ ਉਪਾਸ਼ਕ ਸੀ। ਜੀ। ਤੇ ਮੇਰੇ 20 ਤੋਂ 22 25 ਤੱਕ ਕਹਿੰਦੇ ਆ ਉਹ, ਲੇਕਿਨ 20-22 ਹਜ਼ਾਰ ਵੋਟ ਜਿਹੜੀ ਹੈਗੀ ਹੈ ਉਹ ਇਹਨਾਂ ਸਰਸੇ ਡੇਰੇ ਦੀ ਹੈ। ਸਰਸਾ ਡੇਰਾ ਨੇ ਪਿਛਲੀ ਵਾਰ ਇਕੱਲਾ ਐਲਾਨ ਹੀ ਨਹੀਂ ਕੀਤਾ, ਬਲਕਿ ਇਹਨਾਂ ਨੂੰ ਆਪਣੀ ਲੜਾਈ ਸਮਝ ਕੇ ਪੋਲਿੰਗਾਂ ਤੇ ਖੜ ਕੇ ਜੀ ਇੱਕ ਟੌਫੀਆਂ ਦਿਖਾਉਂਦੇ ਸੀ ਕਿ ਆਹ ਟੌਫੀ ਵਿੱਚ ਜਿਹੜੇ ਕੋਈ ਭੋਲੇ ਲੋਕ ਨੇ, ਪਿਤਾ ਜੀ ਦੇਖਣਗੇ ਤੁਸੀਂ ਗਲਤ ਵੋਟ ਕਿਹਨੂੰ ਪਾਉਂਦੇ ਹੋ, ਤੁਸੀਂ ਪਾਉਣੀ ਹੈ ਅਕਾਲੀ ਦਲ ਨੂੰ ਪਾਉਣੀ ਹੈ। ਉਹ ਅਕਾਲੀ ਦਲ ਇਕੱਠਾ ਸੀ, ਢੀਂਡਸਾ ਵਗੈਰਾ। ਉਹ ਢੀਂਡਸਾ ਦੇ ਪੋਲਿੰਗਾਂ ਤੇ ਸਰਸਾ ਦੇ ਬੇਰੁਜ਼ਗਾਰ ਜਿਹੜੇ ਸਾਡੇ ਜਿਹਨਾਂ ਨੂੰ ਕਹਿੰਦੇ ਹੈਗੇ ਆ ਮੁਖੀ ਹੁੰਦੇ ਇਹਨਾਂ ਦੇ, ਜੀ ਉਹ ਮੁਖੀ ਉੱਥੇ ਭੰਗੀ ਦਾਸ ਕਹਿੰਦੇ ਆ, ਉਹਨਾਂ ਨੇ ਸਾਰੇ ਪੋਲਿੰਗਾਂ ਤੇ ਖੜ ਕੇ ਡਿਊਟੀ ਦੇ ਕੇ ਆਪਣੀ ਕਦੀ ਵੋਟ ਆਪਣੀ ਨਹੀਂ ਪਾਈ, ਜੀ। ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੀ 10-10 ਵੋਟਾਂ ਨਾਲ ਹੋਰ ਪਾਉਣ ਦਾ ਤਹੀਆ ਕੀਤਾ ਸੀ। ਜੀ। ਇੰਨੀ ਵੱਡੀ ਵੋਟ ਇੱਕਦਮ ਬਲੌਕ ਹੋ ਕੇ ਇੱਧਰੋਂ ਮਾਈਨਸ ਹੋ ਕੇ ਉੱਧਰ ਚਲੀ ਜਾਵੇ ਤਾਂ ਹਾਰਨਾ ਹੀ ਸੀ। ਕੋਈ ਵੀ ਹੁੰਦਾ ਉਹ ਹਾਰਨ ਦਾ ਹਾਰਦਾ, ਕਾਰਨ ਡੇਰੇ ਦੀ ਕੋਈ ਵੀ ਹੁੰਦਾ ਨੇ ਹਾਰਨਾ ਹੀ ਸੀ ਕਾਂਗਰਸ 'ਚ ਮੇਰੀ ਥਾਂ ਤੇ। ਤੇ ਬੀਬੀ ਜਿਵੇਂ ਤੁਸੀਂ ਦੱਸਿਆ 5 ਵਾਰ ਤੁਸੀਂ ਐਮਐਲਏ ਰਹੇ ਹੋ ਲਹਿਰਾ ਤੋਂ, ਤਾਂ ਪਰ ਅਸੀਂ ਲਹਿਰਾ ਦੇ ਵਿੱਚ ਕਈ ਵਾਰ ਗਏ ਹਾਂ, ਲਹਿਰਾ ਹਲੇ ਵੀ ਕੁਝ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਨਜ਼ਰ ਆਉਂਦਾ ਹੈ। ਕਈ ਪਿੰਡਾਂ ਦੇ ਵਿੱਚ ਪੀਣ ਵਾਲਾ ਪਾਣੀ ਤੱਕ ਨਹੀਂ ਮੌਜੂਦ। ਬਿਲਕੁਲ, ਇਹ ਥੋੜੀ ਜਿਹੜੀ ਗੱਲ ਹੈਗੀ ਹੈ, ਜ਼ਰੂਰਤਾਂ ਤਾਂ ਹਮੇਸ਼ਾ ਆਬਾਦੀ ਵੱਧਦੀ ਰਹਿੰਦੀ ਹੈ, ਜ਼ਰੂਰਤਾਂ ਵੱਧਦੀਆਂ ਰਹਿੰਦੀਆਂ। ਜੀ। ਲੇਕਿਨ ਮੈਂ ਇੱਕ ਗੱਲ ਤੁਹਾਨੂੰ ਦੱਸ ਸਕਦੀ ਹਾਂ ਕਿ ਲਹਿਰਾ ਗਾਗਾ ਹਲਕੇ 'ਚ ਜੀ। ਭਾਵੇਂ ਮੈਂ ਐਮਐਲਏ 5 ਵਾਰ ਰਹੀ ਹਾਂ, ਪਰ ਮਿਨਿਸਟਰੀ ਦਾ ਮੈਨੂੰ ਇੱਕ ਵਾਰ ਮੌਕਾ ਮਿਲਿਆ। ਜੀ। ਜਿਹੜੇ ਉੱਥੇ ਕੰਮ ਮੈਂ ਕੀਤੇ ਨੇ, ਜੀ। ਉਹ ਉਹਨਾਂ ਦੀ ਡਿਵੈਲਪਮੈਂਟ ਦੇ ਵਿੱਚ ਮੀਲ ਪੱਥਰ ਹੈ। ਜੀ। ਜਿਵੇਂ ਘੱਗਰ ਦੇ ਉੱਤੇ 200 ਕਰੋੜ ਰੁਪਇਆ ਖਰਚ ਕੇ ਜੀ। ਇੱਕ ਫਸਲ ਦੀ ਥਾਂ 2 ਫਸਲਾਂ ਹੋਣ ਲਾਤੀਆਂ ਮੈਂ ਸਾਡੇ ਇੱਕ ਬਲਾਕ ਅੰਦਾਣਾ ਬਲਾਕ ਦੇ ਵਿੱਚ, ਜਿੰਨੇ ਸਾਡੇ ਪਿੰਡ ਹੈ 27 ਪਿੰਡ। ਜੀ। ਇਸੇ ਤਰ੍ਹਾਂ ਦਾ 7 ਕਾਲਜ ਲਿਆ ਕੇ ਉੱਥੇ ਮੈਂ
ਨਹੀਂ ਸੌਰੀ 7 ਪੁਲ ਬਣਾ ਕੇ ਘੱਗਰ ਦੇ ਵੱਡੇ ਪੁਲ, ਸੂਏ ਕੱਸੀ ਦੇ ਨਹੀਂ ਵੱਡੇ ਪੁਲ ਬਣਾਏ, ਜਿਹੜਾ ਮੇਰੇ ਤੋਂ ਬਾਅਦ ਮੇਰੇ ਵਿਰੋਧੀ ਪਾਰਟੀ ਦਾ ਇੱਕ ਵੀ ਨਹੀਂ ਬਣਾ ਸਕਿਆ। ਮੈਂ 10 ਗ੍ਰਿਡ ਬਣਾਏ ਉੱਥੇ, ਜਿਹੜਾ ਮੇਰੇ ਵਿਰੋਧੀ ਪਾਰਟੀ ਪਰਮਿੰਦਰ ਢੀਂਡਸਾ 10 ਸਾਲ ਰਿਹਾ ਮਿਨਿਸਟਰ, ਇੱਕ ਵੀ ਗ੍ਰਿਡ ਨਹੀਂ ਬਣਾ ਸਕਿਆ। ਮੈਂ ਯੂਨੀਵਰਸਿਟੀ ਕੈਂਪਸ ਲਿਆਂਦਾ, ਮੈਂ ਇੰਜੀਨੀਅਰਿੰਗ ਕਾਲਜ ਲਿਆਂਦਾ ਜਿਹੜਾ ਇਹਨਾਂ ਨੇ ਬੰਦ ਕੀਤਾ, ਤਨਖਾਹਾਂ ਨਹੀਂ ਦਿੱਤੀਆਂ। 10 ਸਾਲ ਅਕਾਲੀਆਂ ਦਾ ਰਾਜ ਰਿਹਾ, ਫਿਰ ਕੈਪਟਨ ਦਾ ਰਾਜ ਰਿਹਾ। ਇਹਨਾਂ ਨੇ ਜਾਣਬੁੱਝ ਕੇ ਮੇਰੇ ਨਾਲ ਪੋਲੀਟੀਕਲ ਵਿਕਟਮਾਈਜੇਸ਼ਨ ਕਰਦੇ ਉਹ ਬੰਦ ਰੱਖੇ। ਇਸ ਕਰਕੇ ਜਿੱਥੇ ਸੜਕਾਂ ਸਬ ਡਿਵੀਜ਼ਨ ਦਾ ਹਸਪਤਾਲ ਮੈਂ ਲਿਆਈ, ਜਿਹਨੂੰ ਇਹਨਾਂ ਨੇ ਐਗਰੀਮੈਂਟ ਦੇ ਮੁਤਾਬਕ ਪੱਕਾ ਕਰਨਾ ਸੀ, ਨਹੀਂ ਕੀਤਾ, ਦਵਾਈਆਂ ਦੇਣ ਨਹੀਂ ਦਿੱਤੀਆਂ, ਹੁਣ ਮੈਂ ਚੰਨੀ ਸਾਹਿਬ ਤੋਂ ਕਰਵਾਇਆ। ਇਸੇ ਕਰਕੇ ਸਾਨੂੰ ਕੋਈ ਪੈਸਾ ਗ੍ਰਾਂਟ, ਡਿਵੈਲਪਮੈਂਟ ਜਿਹੜੀ ਛੁੱਟੀ ਹੁੰਦੀ ਹੈ ਵਿਕਾਸ ਗ੍ਰਾਂਟ ਨਾਲ ਹੀ ਹੁੰਦੀ ਹੈ ਨਾ, ਉਹ ਗ੍ਰਾਂਟ ਮੈਨੂੰ ਨਹੀਂ ਦਿੱਤੀ। ਜਾ ਕੇ ਆਪ ਦੇਖ ਲਓ ਕਿ ਚੰਨੀ ਤੋਂ ਪਹਿਲਾਂ ਇੱਕ ਨਵਾਂ ਪੈਸਾ ਵੀ ਮੈਨੂੰ ਦਿੱਤਾ ਗਿਆ ਗ੍ਰਾਂਟ ਦਾ, 92 ਹਲਕਿਆਂ 'ਚ ਬਾਕੀ ਦਾ ਦੇਤਾ। ਉਸ ਦੇ ਮੁਤਾਬਕ ਸਾਡੇ ਜਿਹੜੇ ਵਾਟਰ ਬਕਸ, ਜਿਵੇਂ ਸਾਡੇ ਭੂਲਨ ਪਿੰਡ ਹੈ, ਉੱਥੇ ਮੈਂ ਹੀ ਵਾਟਰ ਬਕਸ ਲਾਇਆ। ਸਾਰਿਆਂ ਜਿੰਨੇ ਵਾਟਰ ਬਕਸ ਲੱਗੇ ਵੀ ਅੱਜ ਤੱਕ ਸਾਰੇ ਲਹਿਰੇ ਹਲਕੇ 'ਚ, ਉਹ ਮੇਰੇ ਲਾਏ ਵੇ ਹੈ। ਉਸ ਤੋਂ ਬਾਅਦ ਵਾਦੀ ਵਧਣਾ, ਕਪੈਸਿਟੀਆਂ ਵਧਾਉਣਾ ਜਾਂ ਹੋਰ ਪਾਸੇ ਦੁਆਰਾ ਦੂਜੇ ਲਾਉਣਾ, ਉਹ ਤੋਂ ਬਾਅਦ ਵਾਲਿਆਂ ਦਾ ਕੰਮ ਸੀ, ਜਿਨ੍ਹਾਂ ਨੇ ਕੁਝ ਵੀ ਨਹੀਂ ਕੀਤਾ। ਤੇ ਸੜਕਾਂ 'ਚ ਮੇਰੇ ਹਲਕੇ ਜਾ ਕੇ ਦੇਖੋ, ਚੰਡੀਗੜ੍ਹ ਦੀਆਂ ਸੜਕਾਂ ਵਰਗੀਆਂ ਸੜਕਾਂ ਬਣੀਆਂ ਹੋਈਆਂ। ਸੋ ਇਹ ਸਾਰੀਆਂ ਚੀਜ਼ਾਂ ਵਿੱਚ ਅੰਡਰਗਰਾਊਂਡ ਪਾਈਪਾਂ ਦਾ ਕੰਮ ਮੈਂ ਸ਼ੁਰੂ ਕੀਤਾ ਪਹਿਲੀ ਵਾਰ ਆਪਣੇ ਹਲਕੇ ਵਿੱਚ, ਹੋਰ ਕਿਸੇ ਨੇ ਨਹੀਂ ਕੀਤਾ। ਭਾਖੜਾ 'ਚੋਂ ਮੋਗਾ ਲਾਉਣਾ, ਕਿਉਂਕਿ ਭਾਖੜਾ ਦਾ ਚੇਅਰਮੈਨ ਜਿਹੜਾ ਉਹ ਉਂਗਲ ਨਹੀਂ ਰੱਖਣ ਦਿੰਦੇ ਸਾਨੂੰ। ਮੇਰੇ 2 ਪਿੰਡ ਆਜ਼ਾਦੀ ਵੇਲੇ ਤੋਂ ਲੈ ਕੇ ਪਿਆਸੇ ਮਰਦੇ ਸੀ, ਖੇਤਾਂ ਨੂੰ ਪਾਣੀ ਨਹੀਂ ਸੀ ਜਾਂਦਾ। ਮੈਂ ਇੱਥੋਂ ਨਹੀਂ, ਸਰਕਾਰ ਨੇ ਕਿਹਾ ਕਰ ਨਹੀਂ ਸਕਦੇ, ਜਵਾਬ ਦਿੱਤਾ। ਮੈਂ ਦਿੱਲੀ ਦੀ ਸਰਕਾਰ ਕੋਲੇ ਗਈ, ਛਿੰਦੇ ਜੀ ਕੋਲੇ ਗਈ, ਉਹ ਪਾਵਰ ਮਿਨਿਸਟਰ ਸੀ, ਇਰੀਗੇਸ਼ਨ ਮਿਨਿਸਟਰ ਸੀ। ਭਾਖੜਾ ਮੈਨੇਜਮੈਂਟ ਵਾਲਿਆਂ ਕੋਲੇ ਜਾ ਕੇ ਮੈਂ ਮਹਾਂ ਸਿੰਘ ਵਾਲਾ ਤੇ ਗੇਲਾ, ਭਾਖੜਾ 'ਚੋਂ ਸਿੱਧਾ ਮੋਗਾ ਲਵਾ ਕੇ ਉੱਥੇ ਖੇਤਾਂ ਨੂੰ ਪਾਣੀ ਦਿੱਤਾ। ਸੋ ਸਬ ਡਿਵੀਜ਼ਨਾਂ ਬਣਾਈਆਂ, ਵੀਡੀਓ ਬਲਾਕ ਬਣਾਏ, ਸਬ ਤਹਿਸੀਲਾਂ ਬਣਾਈਆਂ, ITIs ਬਣਾਈਆਂ, ਪੋਲੀਟੈਕਨਿਕ ਬਣਾਈਆਂ, ਇਹ ਸਾਰੇ ਡਿਗਰੀ ਕਾਲਜ ਨਾਲ ਖੋਲ੍ਹੇ ਗਏ। ਤੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਮੈਂ, ਲੇਕਿਨ ਅਜੇ ਵੀ ਜੇ ਮੈਂ ਸਮਝਦੀ ਹਾਂ ਕਿ ਮੇਰਾ ਸੁਪਨੇ ਅਜੇ ਬਹੁਤ ਸੀ, ਮੈਂ ਜ਼ਿਲ੍ਹਾ ਬਣਾਉਣਾ ਚਾਹੁੰਦੀ ਸੀ, ਅਧੂਰਾ ਰਹਿ ਗਿਆ। ਮੈਂ ਇਸੇ ਤਰ੍ਹਾਂ ਨਾਲ ਬਾਕੀ ਜਿਵੇਂ ਹੁਣ ਜਿੰਨਾ ਪੈਸਾ ਮਿਲਿਆ 4 ਮਹੀਨੇ ਪਹਿਲਾਂ, ਉਹਦੇ ਨਾਲ ਪਾਣੀ ਮੈਂ ਕਿਸੇ ਥਾਂ 'ਤੇ ਵੀ ਕੋਈ ਐਸਾ ਪਿੰਡ ਨਹੀਂ ਜਿੱਥੇ ਇਹ ਕਹਿ ਸਕਣ ਕਿ ਠੀਕ ਹੈ ਬੰਦ ਹੋ ਗਿਆ ਜ਼ਾਬਤੇ ਕਰਕੇ। ਅਸੀਂ ਜਿਵੇਂ ਲਹਿਰੇ ਦੇ ਵਿੱਚ ਵੀ ਸਾਡੇ, ਮੈਂ ਉੱਥੇ 2.25 ਕਰੋੜ ਦਾ ਇੱਕ ਨਵਾਂ ਪਿੰਡ ਵਾਲਾ ਪਾਸਾ ਜਿੱਥੇ ਜ਼ਿਆਦਾ ਵਾਰਡ ਹੈ, ਉੱਥੇ ਪਾਣੀ ਦੇ ਟਿਊਬਵੈੱਲ ਲਾ ਕੇ ਕੰਮ ਸ਼ੁਰੂ ਕੀਤਾ ਹੋਇਆ ਹੈ, ਜਿਹੜਾ ਜ਼ਾਬਤੇ ਕਰਕੇ ਸਾਡਾ ਰੁਕਿਆ ਹੋਇਆ ਹੈ। ਮੌਕਾ ਮਿਲੇਗਾ ਤਾਂ ਹਾਂਜੀ, ਤਾਂ ਉਹ ਕੀਤਾ ਜਾਵੇ। ਬਹੁਤ ਬਹੁਤ ਧੰਨਵਾਦ। ਤਾਂ ਤੁਸੀਂ ਸੁਣਿਆ ਇਸ ਸਾਡੇ ਨਾਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ, ਜਿਨ੍ਹਾਂ ਨਾਲ ਪੰਜਾਬ ਦੀ ਸਿਆਸਤ ਬਾਰੇ ਚਰਚਾ ਕੀਤੀ ਤੇ ਇਹਨਾਂ ਨੇ ਦਾਅਵਾ ਕੀਤਾ ਕਿ ਕਾਂਗਰਸ ਜਿਹੜੀ ਹੈ ਬਹੁਮਤ ਨਾਲ ਪੰਜਾਬ ਦੇ ਵਿੱਚ ਸੱਤਾ ਦੇ ਵਿੱਚ ਆ ਰਹੀ ਹੈ। ਕੈਮਰਾ ਪਰਸਨ ਕਮਲ ਦੇ ਨਾਲ ਕੋਮਲ ਸਿੰਗਲਾ, ਸਕਾਈ ਨਿਊਜ਼ ਪੰਜਾਬ, ਚੰਡੀਗੜ੍ਹ।